Jesus, 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 Jesus। ਪ੍ਰਭੂ ਯਿਸੂ ਨਾਸੀ ਦੇ ਸ਼ਕਤੀਸ਼ਾਲੀ ਪਵਿੱਤਰ ਨਾਮ ਵਿੱਚ ਇਸ ਮਾਧਿਅਮ ਦੇ ਦੁਆਰਾ ਜੁੜੇ ਹੋਏ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਜਦੋਂ ਤੁਸੀਂ ਅੱਜ ਸਾਰੇ ਪ੍ਰਭੂ ਯਿਸੂ ਮਸੀਹ ਨਾਸੀ ਦੇ ਪਵਿੱਤਰ ਨਾਮ ਵਿੱਚ ਪ੍ਰਭੂ ਦੀ ਪਵਿੱਤਰ ਉਪਸਥਿਤੀ ਵਿੱਚ ਹੋ, ਅੱਜ ਪਵਿੱਤਰ ਆਤਮਾ ਦੀ ਅਗਵਾਈ ਦੇ ਵਸੀਲੇ ਨਾਲ ਅਸੀਂ ਬਹੁਤ ਕੁਝ ਪ੍ਰਭੂ ਦੇ ਵਚਨਾਂ 'ਚੋਂ ਸਿੱਖਣਾ ਹੈ ਔਰ ਸਿੱਖਣ ਦੇ ਲਈ ਆਓ ਆਪਣੇ ਆਪ ਨੂੰ ਤਿਆਰ ਕਰੀਏ, ਕਿਉਂਕਿ ਪਵਿੱਤਰ ਆਤਮਾ ਸਾਨੂੰ ਤਿਆਰ ਕਰਦਾ ਹੈ ਸਿੱਖਣ ਔਰ ਸਿਖਾਉਣ ਦੇ ਲਈ। ਆਓ ਪਵਿੱਤਰ ਆਤਮਾ ਤੁਹਾਨੂੰ ਅਤੇ ਮੈਨੂੰ ਤਿਆਰ ਕਰੇ ਤਾਂ ਕਿ ਆਪਾਂ ਪ੍ਰਭੂ ਦੇ ਕੋਲੋਂ ਸਿੱਖੀਏ, ਪ੍ਰਭੂ ਦੀ ਆਵਾਜ਼ ਸਾਡੇ ਨਾਲ ਗੱਲਬਾਤ ਕਰੇ ਔਰ ਪ੍ਰਭੂ ਦੀ ਆਵਾਜ਼ ਸਾਡੇ 'ਚ ਰਚ ਮਿਚ ਜਾਵੇ ਔਰ ਅਸੀਂ ਠੀਕ ਪ੍ਰਭੂ ਦੇ ਵਚਨ ਦੇ ਅਨੁਸਾਰ ਹੋ ਜਾਈਏ। ਆਓ ਪ੍ਰਾਰਥਨਾ ਕਰੀਏ। ਸਾਮਰਥੀ 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 ਪਰਮੇਸ਼ਵਰ, ਸਾਡੇ ਉਧਾਰਕਰਤਾ ਪ੍ਰਭੂ ਯਿਸੂ ਨਾਸੀ ਦੇ ਜ਼ਿੰਦਾ ਨਾਮ ਵਿੱਚ ਅਸੀਂ ਤੇਰੀ ਪਵਿੱਤਰ ਉਪਸਥਿਤੀ ਵਿੱਚ ਝੁਕਦੇ ਹਾਂ ਪ੍ਰਭੂ ਜੀ। ਇਕਰਾਰ ਕਰਦੇ ਹਾਂ ਕਿ ਤੂੰ ਹੀ ਸੱਚਾ, ਜਿਉਂਦਾ ਅਤੇ ਵਾਹਿਦ ਖੁਦਾ ਆ। ਇਹ ਖੁਦਾਵੰਦ ਤੇਰੀ ਪਵਿੱਤਰ ਹਜ਼ੂਰੀ ਵਿੱਚ ਝੁੱਕ ਕੇ ਤੇਰੀ ਮਹਿਮਾ ਕਰਦੇ ਹਾਂ, ਤੇਰੇ ਪਵਿੱਤਰ ਨਾਮ ਨੂੰ ਮਹਿਮਾ ਦਿੰਦੇ ਹਾਂ, ਤੇਰੇ ਪਵਿੱਤਰ ਨਾਮ ਦੀ ਸਤੁਤੀ ਕਰਦੇ ਹਾਂ ਔਰ ਖੁਦਾਵੰਦ ਚਾਹੁੰਦੇ ਹਾਂ, ਪ੍ਰਾਰਥਨਾ ਕਰਦੇ ਹਾਂ ਕਿ ਅੱਜ ਤੂੰ ਗੱਲਬਾਤ ਕਰ ਪਰਮੇਸ਼ਵਰ ਸਾਡੇ ਸਭ ਦੇ ਨਾਲ। ਅੱਜ ਤੇਰੀ ਆਵਾਜ਼ ਨੂੰ ਸੁਣਨਾ ਚਾਹੁੰਦੇ ਪਰਮੇਸ਼ਵਰ। ਅੱਜ ਤੇਰੀ ਆਵਾਜ਼ ਰੋਮ ਰੋਮ ਵਿੱਚ ਆ ਜਾਏ ਪਰਮੇਸ਼ਵਰ। ਅੱਜ ਤੇਰੀ ਆਵਾਜ਼ ਰੋਮ ਰੋਮ ਵਿੱਚ ਸਮਾ ਜਾਏ ਪਰਮੇਸ਼ਵਰ। ਤੇਰਾ ਸ਼ਬਦ ਜੋ ਦੋ ਧਾਰੀ ਤਲਵਾਰ ਨਾਲੋਂ ਵੀ ਤਿੱਖਾ ਹੈ, ਜੋ ਗੁਣਕਾਰ ਹੈ, ਜੋ ਜਿਉਂਦਾ ਹੈ, ਜੋ ਰੋਮ ਰੋਮ ਵਿੱਚ ਜਾਂਦਾ ਹੈ, ਜੋ ਧਾਰਨਾਵਾਂ ਵਿੱਚ ਜਾਂਦਾ ਹੈ, ਜੋ ਜਾਨ ਵਿੱਚ ਜਾਂਦਾ ਹੈ, ਅੱਜ ਆਵੇ ਪ੍ਰਭੂ, ਸਭ ਦੇ ਅੰਦਰ ਕਾਰੇ करे। ਸ਼ਰੀਰ ਜਾਨ ਆਤਮਾ ਹੀ ਤੇਰਾ ਸ਼ਬਦ ਕਾਰੇ ਕਰੇ ਔਰ ਸਭ ਪਰਿਵਰਤਿਤ ਹੋਣ ਯਿਸੂ ਦੇ ਨਾਮ ਵਿੱਚ। ਪੱਥਰ ਦੇ ਟੁੱਟਣ ਯਿਸੂ ਦੇ ਨਾਮ ਵਿੱਚ। ਅੰਧਕਾਰ ਜਾਂਦੇ ਲੱਗਣ ਯਿਸੂ ਦੇ ਨਾਮ ਵਿੱਚ। 100% ਰਿਪੈਂਟੈਂਸ ਦਾ ਆਤਮਾ ਕੰਮ ਕਰੇ, ਪਛਤਾਪ ਦਾ ਆਤਮਾ ਕੰਮ ਕਰੇ ਔਰ ਖੁਦਾਵੰਦ ਤੇਰਾ ਰੂਹ ਰਾਜੇ ਕਰੇ। ਧੰਨਵਾਦ 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 ਧੰਨਵਾਦ। ਸ਼ੁਕਰ ਕਰਦੇ ਹਮੇਸ਼ਾ ਦੀ ਸਾਡੀਆਂ ਦੁਆਵਾਂ ਨੂੰ ਮੰਨ ਲਿਆ। ਧੰਨਵਾਦ ਧੰਨਵਾਦ ਕਰਦੇ। ਸਾਰੀਆਂ ਦੁਆਵਾਂ ਬੇਨਤੀਆਂ ਪ੍ਰਭੂ ਯਿਸੂ ਨਾਸੀ ਦੇ ਪਵਿੱਤਰ ਨਾਮ ਵਿੱਚ ਅਧੀਨ ਹੋ ਕੇ ਮੰਗਦੇ ਹਾਂ। ਆਮੀਨ ਆਮੀਨ। ਅੱਜ ਮੇਰੇ ਭੈਣ ਭਰਾ, ਜਦੋਂ ਅਸੀਂ ਪ੍ਰਭੂ ਯਿਸੂ ਨਾਸੀ ਦੇ ਪਵਿੱਤਰ ਨਾਮ ਵਿੱਚ ਪਵਿੱਤਰ ਆਤਮਾ ਦੇ ਵਸੀਲੇ ਇਸ ਮਾਧਿਅਮ ਦੇ ਦੁਆਰਾ ਪ੍ਰਭੂ ਦੇ ਵਚਨਾਂ ਨੂੰ ਸਿੱਖਣ ਦੇ ਲਈ ਜੁੜੇ ਹੋਏ ਹਾਂ, ਅੱਜ ਅਸੀਂ ਕੁਝ ਸਮਾਂ ਪਰਮੇਸ਼ਰ ਦੇ ਵਚਨਾਂ ਨੂੰ ਸਿੱਖਾਂਗੇ। ਯਾਦ ਕਰ, ਇਸ ਸਬਜੈਕਟ ਦੇ ਉੱਤੇ ਕੁਝ ਸਮਾਂ ਅਸੀਂ ਮਨਨ ਕਰਾਂਗੇ। ਲੂਕਾ ਦੀ ਇੰਜੀਲ 16ਵੇਂ ਅਧਿਆਏ 25 ਵਚਨ ਦੇ ਵਿੱਚ ਪ੍ਰਭੂ ਨੇ ਕਿਹਾ ਹੈ। ਲੂਕਾ ਦੀ ਇੰਜੀਲ 16 ਅਧਿਆਏ 25 ਵਚਨ 'ਚ ਪ੍ਰਭੂ ਨੇ ਕਿਹਾ ਹੈ, ਪਰ ਅਬਰਾਹਮ ਬੋਲਿਆ, ਬੱਚਾ ਯਾਦ ਕਰ ਜੋ ਤੂੰ ਆਪਣੇ ਜਿਉਂਦੇ ਜੀ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਤੇ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ, ਪਰ ਹੁਣ ਉਹ ਇੱਥੇ ਸ਼ਾਂਤ ਪਾਉਂਦਾ ਹੈ ਅਤੇ ਤੂੰ ਕਲਪਦਾ ਹੈ। ਇੱਕ ਦੂਸਰਾ ਵਚਨ ਪੜ੍ਹਾਂਗੇ, ਪ੍ਰਕਾਸ਼ ਦੀ ਪੋਥੀ 2 ਅਧਿਆਏ 5ਵਾਂ ਵਚਨ। ਪ੍ਰਕਾਸ਼ ਦੀ ਪੋਥੀ 2 ਅਧਿਆਏ 5ਵਾਂ ਵਚਨ ਪੜ੍ਹਾਂਗੇ। ਇਹ ਵਚਨ ਵੀ ਸਾਨੂੰ ਇਹੀ ਸਿਖਾਉਂਦਾ ਹੈ, ਪਰ ਇਹਦੇ ਵਿੱਚ ਜੋ ਫਰਕ ਹੈ ਉਹਨੂੰ ਆਪਾਂ ਠੀਕ ਪ੍ਰਭੂ ਦੀ ਹਜ਼ੂਰੀ ਵਿੱਚ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਪ੍ਰਭੂ ਸਾਨੂੰ ਸਿਖਾਏਗਾ। ਪ੍ਰਕਾਸ਼ ਦੀ ਪੋਥੀ 2 ਅਧਿਆਏ 5ਵਾਂ ਵਚਨ। ਸੋ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈ ਅਤੇ ਤੋਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ, ਨਹੀਂ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਹਦੇ ਥਾਂ ਤੋਂ ਹਟਾ ਦਿਆਂਗਾ ਜੇ ਤੈਂ ਤੋਬਾ ਨਾ ਕੀਤੀ। ਇੱਥੇ ਅਸੀਂ ਜਦੋਂ ਵਚਨ ਨੂੰ ਸਿੱਖਦੇ ਹਾਂ, ਇੱਥੇ ਫਰਕ ਹੈ। ਚੇਤੇ ਅਮੀਰ ਆਦਮੀ ਨੂੰ ਵੀ ਕਰਾਇਆ ਗਿਆ ਹੈ ਔਰ ਚੇਤੇ ਅਫਸੁਸ ਦੀ ਕਲੀਸਿਆ ਦੇ ਦੂਤ ਨੂੰ ਵੀ ਕਰਾਇਆ ਗਿਆ ਹੈ। ਪ੍ਰਭੂ ਨੇ ਗੱਲ ਇੱਕੋ ਹੀ ਕਹੀ ਹੈ, ਚੇਤੇ ਕਰ, ਯਾਦ ਕਰ। ਪਰ ਫਰਕ ਕੀ ਹੈ? ਜਿਹੜਾ ਲੂਕਾ ਦੀ ਇੰਜੀਲ 16 ਅਧਿਆਏ 25 ਵਚਨ 'ਚ ਯਾਦ ਕਰਾਉਣਾ ਹੈ, ਉਹ ਹੈ ਸਿਓਲ ਦੇ ਵਿੱਚ। ਉਸ ਸਿਓਲ ਦੇ ਵਿੱਚ ਮਰਨ ਤੋਂ ਬਾਅਦ ਯਾਦ ਕਰਵਾਇਆ ਜਾ ਰਿਹਾ ਹੈ। ਮਰਨ ਤੋਂ ਬਾਅਦ ਯਾਦ ਕਰਵਾਇਆ ਜਾ ਰਿਹਾ ਹੈ। ਇਹ ਅਮੀਰ ਬੰਦਾ ਮਰ ਚੁੱਕਾ ਹੈ ਔਰ ਇਸ ਸਿਓਲ ਦੇ ਵਿੱਚ ਜਾ ਚੁੱਕਾ ਹੈ। ਜਦੋਂ ਸਿਓਲ ਦੇ ਵਿੱਚ ਜਾ ਚੁੱਕਾ ਹੈ, ਜਿਹੜਾ ਲਾਜ਼ਰ ਹੈ, ਜਿਹੜਾ ਫੋੜਿਆਂ ਨਾਲ ਭਰਿਆ ਹੋਇਆ ਸੀ, ਜਿਹੜਾ ਗਰੀਬ ਸੀ, ਜਿਹਦੇ ਸਰੀਰ 'ਤੇ ਕੱਪੜੇ ਨਹੀਂ ਸੀ, ਜ਼ਖਮ ਇੰਨੇ ਸੀ ਕੁੱਤੇ ਵੀ ਆਣ ਕੇ ਜ਼ਖਮਾਂ ਨੂੰ ਚੱਟਦੇ ਸੀ, ਸਿਰ 'ਤੇ ਛੱਤ ਨਹੀਂ ਸੀ, ਪੇਟ ਵਿੱਚ ਭੋਜਨ ਨਹੀਂ ਸੀ ਔਰ ਅਤੀ ਮਜਬੂਰ ਔਰ ਮਜ਼ਲੂਮ ਔਰ ਗਰੀਬ ਸੀ ਔਰ ਅਮੀਰ ਦੀ ਡੋਡੀ ਦੇ ਅੱਗੇ ਸੁੱਟਿਆ ਪਿਆ ਸੀ। ਜਿਹੜੇ ਚੂਰੇ ਪੂਰੇ ਡਿੱਗਦੇ ਸੀ, ਕੂੜੇ ਕਰਕਟ ਦੇ ਵਿੱਚ ਉਹਦੇ ਖਾਣ ਦੇ ਸਮਾਨ ਡਿੱਗਦੇ ਸੀ, ਉਹ ਖਾਂਦਾ ਸੀ। ਅੱਜ ਹੁਣ ਜਿਹੜੀ ਗੱਲ ਬੜੀ ਸਪਸ਼ਟ ਇਹ ਹੈ
इस व्यक्ति ने ਉਹਦੇ ਲਈ ਕੋਈ ਉਪਚਾਰ ਨਹੀਂ ਕੀਤਾ, ਉਹਦਾ ਕੋਈ ਉਪਚਾਰ ਨਹੀਂ ਕਰਾਇਆ, ਕੋਈ ਇਲਾਜ ਨਹੀਂ ਕਰਵਾਇਆ ਔਰ ਉਹਦੇ ਸਰੀਰ ਦੇ ਲਈ ਛੱਤ ਨਹੀਂ ਬਣਵਾਈ, ਉਹਦੇ ਪੇਟ ਦੇ ਵਿੱਚ ਭੋਜਨ ਨਹੀਂ ਪਾਇਆ, ਉਹਦੇ ਸਰੀਰ ਤੇ ਵਸਤਰ ਨਹੀਂ ਪਹਿਨਾਏ। ਅੱਜ ਮੇਰੇ ਭੈਣ ਭਰਾ ਇਸ ਗੱਲ ਨੂੰ ਠੀਕ ਸਮਝਣ ਦੀ ਜ਼ਰੂਰਤ ਆ। ਯਿਸੂ ਮਸੀਹ ਨੇ ਇੱਕ ਚੇਤਾਵਨੀ ਦਿੱਤੀ ਕਿ ਤੁਸੀਂ ਉਹਨਾਂ ਨੂੰ ਉਧਾਰ ਦਿੰਦੇ ਹੋ ਜਿਹੜੇ ਤੁਹਾਨੂੰ ਉਧਾਰ ਦਿੰਦੇ ਆ, ਤੁਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਜਿਹੜੇ ਤੁਹਾਨੂੰ ਪ੍ਰਣਾਮ ਕਰਦੇ, ਉਹਨਾਂ ਦਾ ਭਲਾ ਕਰਦੇ ਜਿਹੜੇ ਤੁਹਾਡਾ ਭਲਾ ਕਰਦੇ। ਪ੍ਰਭੂ ਕਹਿੰਦੇ ਫਲ ਕੋਈ ਨਹੀਂ ਹੈਗਾ, ਇੱਦਾਂ ਫਲ ਕੋਈ ਨਹੀਂ ਹੈਗਾ। ਫਲ ਇਸ ਗੱਲ ਵਿੱਚ ਆ ਜੇ ਤੂੰ ਬੁਰੇ ਦਾ ਭਲਾ ਕਰੇ, ਫਲ ਇਸ ਗੱਲ ਵਿੱਚ ਆ। ਪਰ ਹੁਣ ਕੀ ਹੋਇਆ, ਇਹ ਅਮੀਰ ਬੰਦਾ ਤਾਂ ਉਹਦੇ ਵੱਲ ਦੇਖਣਾ ਪਸੰਦ ਨਹੀਂ ਸੀ, ਉਹਨੂੰ ਕਰਦਾ ਹੈਗਾ। ਪਰ ਹੁਣ ਕੀ ਹੋਇਆ, ਸਮਾਂ ਬਦਲ ਗਿਆ। ਸਮਾਂ ਬਦਲ ਗਿਆ। ਜਦੋਂ ਸਮਾਂ ਬਦਲ ਗਿਆ, ਹੁਣ ਜਿਹੜਾ ਅਮੀਰ ਬੰਦਾ ਆ ਦੁੱਖ ਵਾਲੇ ਥਾਂ 'ਤੇ ਚਲਾ ਗਿਆ, ਕਿਉਂਕਿ ਸਿਓਲ ਦੇ ਵਿੱਚ ਦੋ ਪ੍ਰਕਾਰ ਦੇ ਥਾਂ ਆ, ਇੱਕ ਚੰਗਾ ਥਾਂ ਅਤੇ ਇੱਕ ਮਾੜਾ ਥਾਂ। ਚੰਗੇ ਥਾਂ ਦੇ ਵਿੱਚ ਲਾਜ਼ਰ ਅਬਰਾਹਮ ਦੀ ਗੋਦ ਵਿੱਚ ਆ, ਔਰ ਅਮੀਰ ਬੰਦਾ ਮਾੜੇ ਥਾਂ ਵਿੱਚ ਲੰਬ ਵਿੱਚ ਕਲਪ ਰਿਹਾ। ਹੁਣ ਜਦੋਂ ਉੱਥੇ ਮਾੜੇ ਥਾਂ ਵਿੱਚ ਲੰਬ ਵਿੱਚ ਕਲਪ ਰਿਹਾ, ਹੁਣ ਉਹ ਕੀ ਦੇਖ ਰਿਹਾ, ਉਹ ਲਾਜ਼ਰ ਨੂੰ ਦੇਖ ਰਿਹਾ। ਦੇਖੋ ਜਿਹੜੀਆਂ ਪਹਿਚਾਣਾਂ ਹੈਗੀਆਂ ਸਿਓਲ 'ਚ ਹੈਗੀਆਂ, ਸ਼ਕਲਾਂ ਦੀ ਪਹਿਚਾਣ ਸਿਓਲ 'ਚ ਹੈਗੀ ਆ। ਜਦੋਂ ਉੱਥੋਂ ਕੱਢੇ ਜਾਣੇ ਆ, ਪ੍ਰਭੂ ਦੇ ਸਿੰਘਾਸਨ ਦੇ ਸਾਹਮਣੇ ਲਿਆਂਦੇ ਜਾਣੇ ਆ, ਉਦੋਂ ਤੱਕ ਪਹਿਚਾਣ ਰਹਿਣੀ ਹੈ। ਪਰ ਜਦੋਂ ਉਹ ਕੰਮ ਹੋ ਗਿਆ ਜਿਹੜਾ ਪ੍ਰਭੂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋ ਕੇ ਹੋਣਾ ਲਿਆਏ, ਉਹ ਹੋ ਗਿਆ, ਉਸ ਤੋਂ ਬਾਅਦ ਜਿਹੜੀ ਪਹਿਚਾਣ ਆ ਚਿਹਰਿਆਂ ਦੀ ਉਹ ਖਤਮ ਹੋ ਜਾਣੀ ਆ। ਫਿਰ ਕੋਈ ਕਿਸੇ ਨੂੰ ਪਹਿਚਾਣ ਨਹੀਂ ਸਕੂਗਾ। ਸਵਰਗ ਦੇ ਵਿੱਚ ਪਹਿਚਾਣਾ ਨਹੀਂ ਰਹਿਣੀਆਂ ਕਿ ਉਹ ਤੁਹਾਡਾ ਰਿਸ਼ਤੇਦਾਰ, ਜੋ ਤੁਹਾਡਾ ਰਿਸ਼ਤੇਦਾਰ ਇੱਦਾਂ ਹੀ ਰਹਿਣਾ ਹੈਗਾ। ਕਿਉਂਕਿ ਉੱਥੇ ਵੀ ਰਿਸ਼ਤੇਦਾਰੀਆਂ ਬਣ ਗਈਆਂ, ਫਿਰ ਤਾਂ ਵਿਤਕਰੇ ਹੋ ਜਾਣੇ ਫਿਰ ਤਾਂ। ਕਿਉਂਕਿ ਅੱਜ ਵੀ ਜਿੰਨਾ ਮਰਜ਼ੀ ਕੋਈ ਆਤਮਿਕ ਹੋਵੇ, ਜ਼ਮੀਨ 'ਤੇ ਰਿਸ਼ਤੇਦਾਰੀਆਂ ਤਾਂ ਰਿਸ਼ਤੇਦਾਰੀਆਂ ਹੀ ਆ। ਸਵਰਗ ਵਿੱਚ ਰਿਸ਼ਤੇਦਾਰੀਆਂ ਨਹੀਂ ਹੋਣੀਆਂ ਹੈਗੀਆਂ। ਔਰ ਸਵਰਗ ਦੇ ਵਿੱਚ ਇੱਦਾਂ ਜਾਣ ਪਹਿਚਾਣ ਨਹੀਂ ਹੋਣੀ ਹੈਗੀ ਜਿੱਦਾਂ ਜ਼ਮੀਨ 'ਤੇ ਇੱਕ ਦੂਜੇ ਦੀ ਤੁਹਾਨੂੰ ਹੈਗੀ ਹੈ। ਸਿਓਲ 'ਚ ਇਹ ਹੈਗੀ ਹੈ, ਸਿਓਲ 'ਚ ਜਾਣ ਪਹਿਚਾਣ ਹੈਗੀ। ਬਹੁਤ ਸਾਰੇ ਦਰਸ਼ਨਾਂ ਦੇ ਨੂੰ ਲੈ ਕੇ ਉਲਝੇ ਹੋਏ ਆ। ਬਹੁਤ ਸਾਰੇ ਸਿਓਲ ਦਾ ਦਰਸ਼ਨ ਦੇਖਦੇ, ਉਹ ਕਹਿੰਦੇ ਮੈਂ ਸਵਰਗ ਨਰਕ ਦੇਖ ਲਿਆ। ਪਲੀਜ਼ ਇਹ ਸਬਜੈਕਟ ਹੈ ਕਿ ਇਹਨੂੰ ਧਿਆਨ ਨਾਲ ਸਮਝੋ, ਐਵੇਂ ਉਲਝਣ 'ਚ ਨਾ ਪਾਓ ਔਰ ਬਾਕੀਆਂ ਨੂੰ ਵੀ ਉਲਝਣ 'ਚ ਨਾ ਪਾਓ। ਹੁਣ ਜਿਹੜੀ ਇਹ ਗੱਲ ਹੈ ਸਿਓਲ ਦੀ ਹੈ, ਮਰਨ ਤੋਂ ਬਾਅਦ ਦੀ ਹੈ। ਸਿਓਲ ਦੇ ਵਿੱਚ ਜਦੋਂ ਅਮੀਰ ਬੰਦਾ, ਉਹਦੀ ਰੂਹ ਜਿਹੜੀ ਉੱਥੇ ਆ, ਉਹ ਰੂਹ ਜਿਹੜੀ ਆ ਉਹ ਲਾਜ਼ਰ ਨੂੰ ਦੇਖ ਰਹੀ ਆ। ਉਹ ਰੂਹਾਨੀ ਸਰੀਰ ਆ ਉਹਦਾ, ਪਰ ਨੈਣ ਨਕਸ਼ ਸ਼ਕਲ ਸੂਰਤ ਉਹੀ ਆ। ਪਹਿਚਾਣ ਲਿਆ ਉਹਨੇ, ਪਹਿਚਾਣ ਲਿਆ। ਤੇ ਹੁਣ ਉਹ ਅਬਰਾਹਮ ਨੂੰ ਕਹਿ ਰਿਹਾ ਕਿ ਬੇਨਤੀ ਆ ਕਿ ਲਾਜ਼ਰ ਨੂੰ ਭੇਜ ਦਿਓ, ਮੇਰੀ ਜੀਭ ਨਾ ਠੰਡੀ ਕਰ ਦੇਵੇ। ਤੇ ਅਬਰਾਹਮ ਕਹਿੰਦਾ ਇੱਦਾਂ ਨਹੀਂ ਹੋਣੀ। ਯਾਦ ਕਰ, ਤੂੰ ਆਪਣੇ ਜੀਂਦੇ ਜੀ ਸਾਰੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਔਰ ਲਾਜ਼ਰ ਮੰਦੀਆਂ ਚੀਜ਼ਾਂ। ਅੱਜ ਬਹੁਤ ਸਾਰੇ ਅਮੀਰ ਜਿਨ੍ਹਾਂ ਕੋਲ ਧਨ ਆ, ਜਿਨ੍ਹਾਂ ਕੋਲ ਐਸ਼ੋ ਆਰਾਮ ਆ, ਜਿਨ੍ਹਾਂ ਕੋਲ ਦੁਨੀਆ ਦਾ ਸਭ ਕੁਛ ਆ, ਅੱਜ ਬੇਨਤੀ ਆ, ਪ੍ਰਭੂ ਯਾਦ ਕਰਵਾਉਂਦਾ ਕਿ ਸਭ ਕੁਛ ਤੁਹਾਨੂੰ ਚੰਗਾ ਮਿਲ ਰਿਹਾ, ਤੁਸੀਂ ਕੀ ਦੇ ਰਹੇ ਆ ਪਰਮੇਸ਼ਵਰ ਨੂੰ? ਪਰਮੇਸ਼ਵਰ ਨੂੰ ਕਿਹੜਾ ਫਲ ਦੇ ਰਹੇ ਆ? ਪਰਮੇਸ਼ਵਰ ਦੇ ਲੋਕਾਂ ਨੂੰ ਕਿਹੜਾ ਫਲ ਦੇ ਰਹੇ ਆ? ਇੱਕ ਦਿਨ ਹਿਸਾਬ ਹੋਣਾ। ਔਰ ਜਿਹੜੀ ਗੱਲਬਾਤ ਬੜੀ ਸਾਫ਼ ਰੂਪ ਵਿੱਚ ਇੱਦਾਂ ਆ, ਇਹ ਗੱਲਬਾਤ ਬੜੀ ਸਾਫ਼ ਰੂਪ ਵਿੱਚ ਇੱਦਾਂ ਪ੍ਰਭੂ ਨੇ ਕਿਹਾ, ਯਾਦ ਕਰ ਜੋ ਤੂੰ ਆਪਣੇ ਜਿਉਂਦੇ ਜੀ ਆਪਣੀਆਂ ਸਾਰੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ, ਔਰ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ। ਪਰ ਹੁਣ ਇੱਥੇ ਸ਼ਾਂਤ ਪਾਉਂਦਾ ਹੈ ਅਤੇ ਤੂੰ ਕਲਪਦਾ ਹੈ। ਲਾਜ਼ਰ ਸ਼ਾਂਤ ਆ, ਉਹਦਾ ਦੁੱਖ ਖਤਮ ਹੋ ਗਿਆ, ਉਹਦੀ ਪੀੜਾ ਖਤਮ ਹੋ ਗਈ। ਪਰ ਜਿਹੜਾ ਇੱਥੇ ਸ਼ਾਂਤ ਸੀ, ਸ਼ਾਂਤ ਦਾ ਮਤਲਬ ਇੱਥੇ ਉਹਦੇ ਕੋਲ ਸਮਾਨ ਸੀ, ਸਾਰੀ ਆਪਣੇ ਮਨ ਦੀ ਇੱਛਾ, ਆਪਣੇ ਮਨ ਦੀ ਭਾਵਨਾ ਪੂਰੀ ਕਰ ਸਕਦਾ ਸੀ। ਉਹਦੇ ਲਿਖਿਆ ਉਹ ਬੈਂਗਣੀ ਬਰੀਕ ਕੱਪੜੇ ਪਹਿਨਦਾ ਸੀ, ਉਹ ਭੋਗ ਬਿਲਾਸ ਕਰਦਾ ਸੀ, ਉਹ ਸਾਰਾ ਦਿਨ ਪਾਪ ਕਰਦਾ ਸੀ ਆਪਣੇ ਪੈਸੇ ਦੇ ਦੁਆਰਾ। ਪਰ ਹੁਣ ਕੀ ਹੋ ਗਿਆ? ਸਮਾਂ ਬਦਲ ਗਿਆ। ਆਰਾਮ ਉਹਦਾ ਚਲਾ ਗਿਆ, ਚੈਨ ਚਲਾ ਗਿਆ। ਇੱਥੇ ਹਰ ਪ੍ਰਕਾਰ ਦੇ ਪੀਣ ਵਾਲੇ ਪਦਾਰਥ ਪੀ ਕੇ ਆਪਣੇ ਜੀਅ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਸੀ, ਪਰ ਉੱਥੇ ਕੁਝ ਨਹੀਂ ਲੱਭਦਾ ਉੱਥੇ। ਤੇ ਅੱਜ ਬੜੀ ਸਾਫ਼ ਗੱਲ ਇਹ ਹੈਗੀ ਆ, ਪ੍ਰਭੂ ਨੂੰ ਕਿਹਾ ਯਾਦ ਕਰ ਜੋ ਤੂੰ ਜ਼ਮੀਨ 'ਤੇ ਪਾਇਆ ਹੈਗਾ। ਤੇ ਅੱਜ ਮੇਰੇ ਭੈਣ ਭਰਾਓ, ਬੇਨਤੀ ਹੈ, ਜ਼ਮੀਨ 'ਤੇ ਜੋ ਕੁਛ ਵੀ ਵਧੀਆ ਪਾਇਆ ਹੈ,
ਜੇ ਵਧੀਆ ਵਧੀਆ ਪਾਉਣ ਤੋਂ ਬਾਅਦ ਪਰਮੇਸ਼ਰ ਨੂੰ ਰਿਜ਼ਲਟ ਚੰਗਾ ਨਹੀਂ ਦਿੱਤਾ, ਪਰਮੇਸ਼ਰ ਦੇ ਲੋਕਾਂ ਨੂੰ ਰਿਜ਼ਲਟ ਚੰਗਾ ਨਹੀਂ ਦਿੱਤਾ, ਤਾਂ ਫਿਰ ਇਹ ਗੱਲ ਹੈ ਇੱਕ ਦਿਨ ਪਰਮੇਸ਼ਰ ਨੇ ਯਾਦ ਕਰਾਉਣਾ ਹੈ, ਯਾਦ ਕਰਾਉਣਾ ਹੈ। ਜੇ ਆਹ ਯਾਦ ਕਰਵਾਇਆ ਫਿਰ ਤਾਂ ਮਾੜਾ, ਜੇ ਆਹ ਯਾਦ ਕਰਵਾਇਆ ਫਿਰ ਤਾਂ ਮਾੜਾ। ਜਿੱਦਾਂ ਅਮੀਰ ਬੰਦੇ ਨੂੰ ਯਾਦ ਕਰਵਾਇਆ, ਮੈਂ ਪ੍ਰਾਰਥਨਾ ਕਰਦਾ ਯਿਸੂ ਮਸੀਹ ਦੇ ਨਾਮ ਵਿੱਚ ਕਿ ਇੱਦਾਂ ਨਾ ਕਿਸੇ ਨੂੰ ਯਾਦ ਕਰਵਾਵੇ ਪਰਮੇਸ਼ਵਰ, ਕਿਉਂਕਿ ਇਸ ਵਕਤ ਤੋਬਾ ਦਾ ਮੌਕਾ ਜਾਂਦਾ ਲੱਗਾ, ਇਸ ਵਕਤ ਮਨ ਫਿਰਾਓ ਦਾ ਮੌਕਾ ਜਾਂਦਾ ਲੱਗਾ, ਇਸ ਵਕਤ ਹੱਲ ਕੋਈ ਨਹੀਂ ਹੈਗਾ, ਬਸ ਹੱਲ ਕੋਈ ਨਹੀਂ ਹੈਗਾ। ਇੱਕ ਸਮਾਂ ਇੱਦਾਂ ਦਾ ਆ ਜਾਣਾ ਜਦੋਂ ਹੱਲ ਹੀ ਕੋਈ ਨਹੀਂ ਹੋਣਾ, ਇੱਕ ਸਮਾਂ ਇੱਦਾਂ ਦਾ ਆ ਜਾਣਾ ਜਿੱਥੇ ਕੋਈ ਸੋਲਿਊਸ਼ਨ ਨਹੀਂ ਹੋਣਾ, ਕੋਈ ਹੱਲ ਨਹੀਂ ਹੋਣਾ। ਇੱਦਾਂ ਦਾ ਸਮਾਂ ਆ ਜਾਣਾ ਮੇਰੇ ਭੈਣ ਭਰਾ। ਜਦੋਂ ਉਹ ਸਮਾਂ ਆਉਣਾ ਜਦੋਂ ਹੱਲ ਹੀ ਕੋਈ ਨਹੀਂ ਹੋਣਾ, ਉਹ ਮਾੜਾ, ਅਤ ਮਾੜਾ ਸਮਾਂ ਉਹ ਆ। ਦੁਆ ਆ ਕਿ ਇੱਦਾਂ ਦਾ ਚੇਤਾ ਕਿਸੇ ਨੂੰ ਨਾ ਕਰਾਵੇ ਪਰਮੇਸ਼ਵਰ, ਔਰ ਇਸ ਅਵਸਥਾ ਵਿੱਚ ਜਾ ਕੇ ਇਹ ਚੇਤਾਵਨੀ ਨਾ ਮਿਲੇ, ਬਲਕਿ ਇੱਕ ਜਿਹੜੀ ਚੇਤਾਵਨੀ ਆਪਾਂ ਪ੍ਰਕਾਸ਼ ਦੀ ਪੋਥੀ 'ਚੋਂ ਪੜ੍ਹੀ ਹੈ, ਉਹਦੇ ਵਿੱਚ ਕੁਝ ਸਮਾਂ ਆਪਾਂ ਜਾਵਾਂਗੇ, ਉਹ ਚੰਗੀ ਹੈ, ਇਹਦੇ ਨਾਲੋਂ ਬਹੁਤ ਚੰਗੀ ਹੈ, ਬਹੁਤ ਚੰਗੀ ਹੈ ਇਹਦੇ ਨਾਲੋਂ। ਇਹਦੇ ਨਾਲੋਂ ਕਿਉਂ ਚੰਗੀ ਹੈ ਤੁਸੀਂ ਸਮਝ ਜਾਓਗੇ, ਇਹਦੇ ਨਾਲੋਂ ਕਿਉਂ ਚੰਗੀ ਹੈ। ਪਹਿਲੀ ਗੱਲ ਆਪਾਂ ਦੇਖਿਆ ਹੈ ਕਿ ਜਿਹੜੀ ਉਹ ਚੇਤਾਵਨੀ ਅਮੀਰ ਬੰਦੇ ਨੂੰ ਦਿੱਤੀ ਹੈ ਪ੍ਰਭੂ ਨੇ ਸਿਓਲ ਦੇ ਵਿੱਚ, ਉਹ ਦਿੱਤੀ ਹੈ ਮਰਨ ਤੋਂ ਬਾਅਦ। ਮਰ ਗਿਆ, ਹੁਣ ਆਤਮਾ ਚਲ ਗਿਆ ਸਿਓਲ 'ਚ, ਦੁੱਖ ਵਾਲੇ ਥਾਂ 'ਤੇ, ਉੱਥੇ ਕਲਪ ਰਿਹਾ, ਉੱਥੇ ਉਹ ਚੇਤਾਵਨੀ ਦਿੱਤੀ ਗਈ ਹੈ ਉਹਨੂੰ। ਔਰ ਉਹ ਚੇਤਾਵਨੀ ਜਿਹੜੀ ਹੈ ਉਹ ਅਮੀਰ ਬੰਦੇ ਦੇ ਲਾਹੇ ਲਈ ਨਹੀਂ ਹੈਗੀ, ਉਹਦੇ ਲਈ ਕੋਈ ਵੀ ਆਪਸ਼ਨ ਨਹੀਂ ਹੈਗੀ ਬਚਾਅ ਦੀ, ਉਹਦੇ ਲਈ ਕੋਈ ਬਚਾਅ ਦੇ ਲਈ ਰਸਤਾ ਨਹੀਂ ਹੈਗਾ, ਹੁਣ ਕੋਈ ਰਸਤਾ ਨਹੀਂ ਹੈਗਾ ਬਚਾਓ ਲਈ। ਪਰ ਜਿਹੜੀ ਗੱਲ ਅਫਸੁਸ ਦੀ ਕਲੀਸਿਆ ਦੇ ਦੂਤ ਨੂੰ ਕਹੀ ਗਈ ਆ, ਇਹਦੇ ਵਿੱਚ ਰਸਤਾ ਹੈਗਾ, ਇਹ 'ਚ ਰਸਤਾ ਹੈਗਾ। ਇਹਦੇ ਵਿੱਚ ਪ੍ਰਭੂ ਕੀ ਕਹਿੰਦਾ, ਇਹਦੇ ਵਿੱਚ ਪ੍ਰਭੂ ਕੀ ਕਹਿੰਦਾ, ਪ੍ਰਭੂ ਕਹਿੰਦਾ, ਜੇਕਰ ਇਹਦੇ ਚੌਥੇ ਵਚਨ ਤੋਂ ਪੜ੍ਹੀਏ ਤਾਂ, ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇੱਕ ਇਹ ਗਿਲਾ ਹੈ ਵੀ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈ। ਇਹ ਜਿਹੜਾ ਰੋਮ ਦੇ ਅਫਸੁਸ ਦੀ ਕਲੀਸਿਆ ਦਾ ਦੂਤ ਹੈ, ਉਹ ਦੁੱਖ ਝੱਲ ਰਿਹਾ ਹੈ, ਭਾਂਤ ਭਾਂਤ ਦੇ ਅਜ਼ਮਾਇਸ਼ਾਂ ਵਿੱਚ ਪੈ ਰਿਹਾ ਹੈ। ਜਿਹੜੇ ਲੋਕ ਕਹਿੰਦੇ ਮੈਂ ਮਸੀਹੀ ਹਾਂ, ਉਹ ਉਹਨੂੰ ਟੱਕਰੇ ਹਨ, ਪਰ ਉਹ ਗਲਤ ਨਿਕਲੇ ਹਨ। ਉਹ ਜਿਹੜੇ ਰਸੂਲ ਕਹਿੰਦੇ ਸੀ ਆਪਣੇ ਆਪ ਨੂੰ, ਉਹਨਾਂ ਵਿੱਚ ਰਸੂਲਾਂ ਵਾਲੀ ਗੱਲ ਨਹੀਂ, ਉਹ ਝੂਠੇ ਨਿਕਲੇ ਆ। ਪਰ ਇਹਦੇ ਵਿੱਚ ਵੀ ਉਹਨੇ ਧੀਰਜ ਧਰੀ ਹੋਈ ਆ ਅਤੇ ਪਰਮੇਸ਼ਰ ਦਾ ਆਸਰਾ ਲਿਆ ਹੋਇਆ ਆ ਅਤੇ ਥੱਕਿਆ ਨਹੀਂ, ਅੱਗੇ ਵਧ ਰਿਹਾ। ਪਰ ਪ੍ਰਭੂ ਕਹਿੰਦਾ ਤਾਂ ਵੀ ਮੈਨੂੰ ਤੇਰੇ ਉੱਤੇ ਇਹ ਗਿਲਾ ਹੈ ਵੀ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ। ਅੱਜ ਮੇਰੇ ਭੈਣ ਭਰਾ ਇਸ ਗੱਲ ਨੂੰ ਸਮਝ ਜਾਓ, ਇਸ ਗੱਲ ਨੂੰ ਸਮਝ ਜਾਓ। ਇੱਕ ਦਿਨ ਪਰਮੇਸ਼ਰ ਸਾਨੂੰ ਪ੍ਰੇਮ ਔਰ ਵਿਸ਼ਵਾਸ ਦੀ ਬਖਸ਼ਿਸ਼ ਕਰਦਾ। ਜਦੋਂ ਅਸੀਂ ਮਸੀਹ ਵਿੱਚ ਆਉਂਦੇ ਹਾਂ, ਸਾਨੂੰ ਵਿਸ਼ਵਾਸ ਪ੍ਰਭੂ ਵੱਲੋਂ ਮਿਲਦਾ, ਕਿਉਂਕਿ ਵਿਸ਼ਵਾਸ ਜਿਹੜਾ ਹੈਗਾ ਨਾ, ਇਹ ਬੰਦੇ ਦਾ ਨਹੀਂ ਹੁੰਦਾ। ਵਿਸ਼ਵਾਸ ਪ੍ਰਭੂ ਦੇ ਆਤਮਾ ਦਾ ਇੱਕ ਵਰਦਾਨ ਆ। 9 ਵਰਦਾਨਾਂ ਦੇ ਵਿੱਚੋਂ ਵਿਸ਼ਵਾਸ ਦਾ ਇੱਕ ਵਰਦਾਨ ਆ। ਵਿਸ਼ਵਾਸ ਇੱਕ ਵਰਦਾਨ ਆ, ਅਤੇ ਵਰਦਾਨ ਪਵਿੱਤਰ ਆਤਮਾ ਦੇ ਤੋਂ ਮਿਲਦੇ, ਪਵਿੱਤਰ ਆਤਮਾ ਦੇ ਵਸੀਲੇ ਨਾਲ ਮਿਲਦੇ, ਜਿਹੜੇ ਯੀਸ਼ੂ ਦੇ ਨਾਮ ਵਿੱਚ ਮਿਲਦੇ। ਅਤੇ ਉਹਨਾਂ ਵਿੱਚੋਂ ਵਿਸ਼ਵਾਸ ਦਾ ਵਰਦਾਨ ਵੀ ਇੱਕ ਵਰਦਾਨ ਹੈ, ਇੱਕ ਦਾਤ ਆ। ਹੁਣ ਗੱਲ ਕਿੱਥੇ ਖੜੀ ਹੈ? ਹੁਣ ਗੱਲ ਇੱਥੇ ਖੜੀ ਆ ਕਿ ਪ੍ਰਭੂ ਨੇ ਜਿਹਨੂੰ ਵਿਸ਼ਵਾਸ ਦਾ ਵਰਦਾਨ ਦੇ ਦਿੱਤਾ, ਵਿਸ਼ਵਾਸ ਨਾਲ ਭਰ ਕੇ ਕੰਮ ਕਰਦਾ। ਪ੍ਰਭੂ ਨੇ ਆਪਣਾ ਪਿਆਰ ਭਰ ਦਿੱਤਾ ਅੰਦਰ, ਉਹ ਪ੍ਰਭੂ ਦੇ ਪਿਆਰ ਨਾਲ ਭਰ ਕੇ ਚੱਲਦਾ। ਹੁਣ ਆਉਣ ਵਾਲੇ ਸਮੇਂ 'ਚ ਕੀ ਹੋ ਗਿਆ? ਉਹ ਪਿਆਰ ਗਵਾਤਾ। ਆਉਣ ਵਾਲੇ ਸਮੇਂ 'ਚ ਕੀ ਹੋ ਗਿਆ? ਉਹ ਪਿਆਰ, ਉਹ ਵਿਸ਼ਵਾਸ ਗਵਾਤਾ। ਅਫਸੁਸ ਦੀ ਕਲੀਸਿਆ, ਅਫਸੁਸ ਦੀ ਕਲੀਸਿਆ ਦਾ ਇੱਕ ਚੜ੍ਹਾਈ ਦਾ ਸਮਾਂ ਸੀ ਅਤੇ ਇੱਕ ਡਿੱਗਣ ਦਾ ਸਮਾਂ ਵੀ ਆ ਗਿਆ। ਇੱਕ ਚੜ੍ਹਾਈ ਦਾ ਸਮਾਂ ਸੀ ਅਤੇ ਇੱਕ ਡਿੱਗਣ ਦਾ ਸਮਾਂ ਵੀ ਆ ਗਿਆ। ਆਹ ਜਿਹੜੀ ਗੱਲ ਹੈ, ਇੱਥੇ ਇੱਕ ਗਿਰਾਵਟ ਦੀ ਗੱਲ ਦੱਸੀ ਗਈ ਹੈ। ਗਿਰਾਵਟ ਕੀ ਹੈ? ਗਿਰਾਵਟ ਹੈ ਕਿ ਉਹਨੇ ਆਪਣਾ ਪਹਿਲਾ ਪ੍ਰੇਮ ਛੱਡ ਦਿੱਤਾ। ਪਹਿਲਾ ਪ੍ਰੇਮ ਉਹਦੇ ਵਿੱਚ ਨਹੀਂ ਰਿਹਾ, ਜਿਹੜਾ ਪ੍ਰਭੂ ਉਹਨੂੰ ਪ੍ਰੇਮ ਦਿੱਤਾ ਸੀ, ਪ੍ਰਭੂ ਦਾ ਪ੍ਰੇਮ ਦਿੱਤਾ ਸੀ, ਪ੍ਰਭੂ ਦਾ ਵਿਸ਼ਵਾਸ ਦਿੱਤਾ ਸੀ, ਆਤਮਾ ਤੋਂ ਦਿੱਤਾ ਸੀ, ਆਤਮਾ ਦੇ ਵਸੀਲੇ ਨਾਲ ਦਿੱਤਾ ਸੀ।
ਆਤਮਾ ਦੇ ਦੁਆਰਾ ਦਿੱਤਾ ਸੀ, ਉਹ ਨਹੀਂ ਰਿਹਾ। ਜਦੋਂ ਹੁਣ ਨਹੀਂ ਰਿਹਾ, ਹੁਣ ਪ੍ਰੇਮ ਤੋਂ ਖਾਲੀ, ਵਿਸ਼ਵਾਸ ਤੋਂ ਖਾਲੀ। ਜਦੋਂ ਪ੍ਰੇਮ ਤੋਂ ਖਾਲੀ ਹੋ ਗਿਆ, ਪ੍ਰਭੂ ਦੇ ਪ੍ਰਤੀ ਵਿਸ਼ਵਾਸ ਔਰ ਸਮਰਪਣ ਤੋਂ ਖਾਲੀ ਹੋ ਗਿਆ, ਹੁਣ ਅਗਲੀ ਗੱਲ ਹੈ, ਸੋ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈ, ਅਤੇ ਤੋਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ, ਨਹੀਂ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਹਦੇ ਥਾਂ ਤੋਂ ਹਟਾ ਦਿਆਂਗਾ, ਜੇ ਤੈਂ ਤੋਬਾ ਨਾ ਕੀਤੀ। ਆਮੀਨ। ਪ੍ਰਭੂ ਕਹਿੰਦਾ ਹੁਣ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਿਆ, ਕਿੱਥੋਂ ਡਿੱਗਿਆ, ਕਿੱਥੋਂ ਡਿੱਗਿਆ, ਚੇਤੇ ਕਰ। ਚੇਤੇ ਕਰਾ ਰਿਹਾ ਪਰਮੇਸ਼ਵਰ ਦਾ ਆਤਮਾ, ਚੇਤੇ ਕਰਾ ਰਿਹਾ ਪਰਮੇਸ਼ਵਰ ਦਾ ਸ਼ਬਦ ਅਫਸੁਸ ਦੀ ਕਲੀਸਿਆ ਦੇ ਦੂਤ ਨੂੰ, ਜੋ 7 ਕਲੀਸਿਆਵਾਂ ਨੂੰ ਪੱਤਰ ਲਿਖੇ ਗਏ। ਜਦੋਂ ਯੂਹੰਨਾ ਪ੍ਰਭੂ ਦਾ ਰਸੂਲ ਜ਼ਮੀਨ ਤੇ ਸੀ, ਉਦੋਂ ਇਹ 7 ਕਲੀਸਿਆਵਾਂ ਏਸ਼ੀਆ ਮਾਈਨਰ 'ਚ ਪਾਈਆਂ ਜਾਂਦੀਆਂ ਸੀਗੀਆਂ, ਔਰ ਜੋ ਇਹ ਨਾਮ ਦੱਸੇ ਗਏ ਇਹ ਇਲਾਕਿਆਂ ਦੇ ਨਾਮ ਸੀ, ਔਰ ਉੱਥੇ ਉੱਥੇ ਕਲੀਸਿਆਵਾਂ ਪਾਈਆਂ ਜਾਂਦੀਆਂ ਸੀਗੀਆਂ, 7 ਕਲੀਸਿਆਵਾਂ। ਪਰ ਅਫਸੁਸ ਦੀ ਕਲੀਸਿਆ ਵੀ, ਜਿਹੜਾ ਇਹ ਤੁਰਕੀ ਵਿੱਚ ਸਥਾਨ ਹੈ, ਉੱਥੇ ਪਾਈ ਜਾਂਦੀ ਸੀ। ਹੁਣ ਜਿਹੜੀ ਇਹ ਗੱਲ ਹੈ, ਅੱਜ ਉਹਦਾ ਨਾਮੋ ਨਿਸ਼ਾਨ ਨਹੀਂ ਹੈਗਾ, ਅੱਜ ਨਾਮੋ ਨਿਸ਼ਾਨ ਨਹੀਂ ਹੈਗਾ ਅਫਸੋਸ ਦੇ ਵਿੱਚ। ਅੱਜ ਕਲੀਸਿਆ ਕਿੱਥੇ ਗਈ? ਅੱਜ ਬੜੀ ਜ਼ਰੂਰੀ ਹੈ ਇਸ ਗੱਲ ਨੂੰ ਸਮਝਣਾ, ਇਹ ਬੜੀ ਜ਼ਰੂਰੀ ਹੈ ਇਹ ਗੱਲ ਸਮਝਣੀ ਕਿ ਕਲੀਸਿਆਵਾਂ ਖਤਮ ਕਿੱਦਾਂ ਹੋ ਗਈਆਂ, ਕਲੀਸਿਆਵਾਂ ਦਾ ਨਾਮੋ ਨਿਸ਼ਾਨ ਕਿਉਂ ਮਿਟ ਗਿਆ, ਔਰ ਕਿੱਦਾਂ ਮਿਟ ਗਿਆ, ਕਿੱਦਾਂ ਕਲੀਸਿਆਵਾਂ ਮਰ ਗਈਆਂ। ਕੇਵਲ ਮਰੇ ਨਹੀਂ ਗਈਆਂ ਬਲਕਿ ਗਾਇਬ ਹੀ ਹੋ ਗਈਆਂ। ਜੇਕਰ ਅਫਸੀਆਂ ਦੀ ਕਿਤਾਬ ਨੂੰ ਖੋਲੀਏ ਤਾਂ ਅਫਸੀਆਂ ਦੀ ਕਿਤਾਬ ਪਹਿਲਾ ਅਧਿਆਇ, ਉਸ ਦਾ 15-16 ਵਚਨ, 15-16 ਵਚਨ ਪੜ੍ਹਦੇ ਹਾਂ। ਅਫਸੀਆਂ ਦੀ ਕਿਤਾਬ ਪਹਿਲਾ ਅਧਿਆਇ 15-16 ਵਚਨ। ਇਸ ਕਾਰਨ ਮੈਂ ਵੀ ਜਾਂ ਤੁਹਾਡੀ ਨਿਸ਼ਚਾ ਨੂੰ ਜੋ ਪ੍ਰਭੂ ਯੀਸ਼ੂ ਦੇ ਉੱਤੇ ਹੈ ਅਤੇ ਉਸ ਪ੍ਰੇਮ ਨੂੰ ਜੋ ਸਭਨਾ ਸੰਤਾਂ ਦੇ ਲਈ ਹੈ ਸੁਣਿਆ, ਤਾਂ ਆਪਣੀਆਂ ਪ੍ਰਾਰਥਨਾ ਵਿੱਚ ਤੁਹਾਨੂੰ ਚੇਤੇ ਕਰਦਿਆਂ ਤੁਹਾਡੇ ਲਈ ਧੰਨਵਾਦ ਕਰਨ ਤੋਂ ਨਹੀਂ ਹਟਦਾ। ਇੱਥੇ ਪਰਮੇਸ਼ਰ ਦਾ ਦਾਸ ਸੰਤ ਪੌਲਸ ਲਿਖ ਰਿਹਾ ਹੈ, ਔਰ ਸਕਾਲਰ ਕਹਿੰਦੇ ਹਨ ਇਹਦੇ ਵਿੱਚ 30 ਸਾਲ ਦਾ ਫਰਕ ਸੀ। ਹੁਣ ਇਹ ਜਿਹੜਾ ਫਰਕ ਹੈ ਹੋ ਗਿਆ, ਜਿਹੜਾ ਫਰਕ ਹੈ ਪੈ ਗਿਆ, ਜਿਹੜਾ ਫਰਕ ਪਿਆ ਇਹ ਪੈਂਦੇ ਪਿਆ, ਇੱਕ ਦਿਨ 'ਚ ਨਹੀਂ ਫਰਕ ਪਿਆ, ਇਹ ਪੈਂਦੇ ਪੈ ਗਿਆ। ਜਦੋਂ ਕਲੀਸਿਆ ਅਗਲੀ ਪੀੜ੍ਹੀ 'ਚ ਪ੍ਰਵੇਸ਼ ਕੀਤੀ, ਕਲੀਸਿਆ ਮਰ ਗਈ। ਅੱਜ ਹੁਣ ਗੱਲ ਕਿੱਥੇ ਹੈ? ਗੱਲ ਇਹ ਆ, ਪਹਿਲੀ ਪੀੜ੍ਹੀ ਦੀ ਕਲੀਸਿਆ ਸਹੀ ਹੋਣੀ ਚਾਹੀਦੀ ਔਰ ਦੂਸਰੀ ਪੀੜ੍ਹੀ ਦੀ ਕਲੀਸਿਆ ਵੀ ਸਹੀ ਹੋਣੀ ਚਾਹੀਦੀ। ਹੁਣ ਜਿਹੜੀ ਆਹ ਗੱਲ ਹੈ, ਇਸ ਕਲੀਸਿਆ ਵਿੱਚ ਕੀ ਹੈ? ਪੌਲਸ ਨੇ ਲਿਖਿਆ ਇਸ ਗੱਲ ਨੂੰ, ਔਰ ਯੂਹੰਨਾ ਨੇ ਲਿਖਿਆ ਉਸ ਗੱਲ ਨੂੰ। ਨਾ ਤਾਂ ਪੌਲਸ ਨੇ ਆਪਣੇ ਵੱਲੋਂ ਲਿਖਿਆ, ਉਹ ਸੱਚਾਈ ਲਿਖੀ, ਉਹਨੇ ਜੋ ਬੋਲਿਆ ਸੱਚਾਈ ਬੋਲੀ, ਔਰ ਜੋ ਯੂਹੰਨਾ ਨੂੰ ਪ੍ਰਭੂ ਨੇ ਕਿਹਾ ਬੋਲਣ ਦੇ ਲਈ, ਕਰਨ ਦੇ ਲਈ, ਉਹ ਵੀ ਸੱਚਾਈ, ਉਹ 'ਚ ਕੋਈ ਸ਼ੱਕ ਨਹੀਂ, ਦੋਨੋਂ ਗੱਲਾਂ ਸੱਚ ਆ। ਇੱਕ ਸਮੇਂ ਜਿਹੜੀ ਅਫਸੁਸ ਦੀ ਕਲੀਸਿਆ ਉਹ ਜੌਵਨ ਤੇ ਹੈ, ਔਰ ਇੱਕ ਸਮੇਂ ਗਿਰਾਵਟ ਤੇ ਹੈ। ਇੱਕ ਸਮੇਂ ਜੌਵਨ ਤੇ ਹੈ ਅਫਸੁਸ ਦੀ ਕਲੀਸਿਆ, ਪੂਰਨ ਜੌਵਨ ਤੇ ਆ, ਪੂਰਨ ਸਾਮਰਥ ਵਿੱਚ ਆ, ਪੂਰਨ ਪ੍ਰੇਮ ਵਿੱਚ ਆ, ਪੂਰਨ ਖੜੀ ਹੋਈ ਹੈ। ਪਰ ਇੱਕ ਸਮੇਂ ਗਿਰਾਵਟ ਵਿੱਚ ਆ, ਇੱਕ ਸਮੇਂ ਗਿਰ ਗਈ ਹੈ। ਹੁਣ ਇਹ ਜਿਹੜੀ ਗੱਲ ਹੈ ਬੜੀ ਸਪਸ਼ਟ ਰੂਪ ਵਿੱਚ ਇੱਥੇ ਪੌਲਸ ਪ੍ਰਸ਼ੰਸਾ ਕਰ ਰਿਹਾ ਹੈ ਉਹਨਾਂ ਦੇ ਪ੍ਰੇਮ ਦੀ, ਜੋ ਪਰਮੇਸ਼ਵਰ ਲਈ ਹੈ, ਪਰਮੇਸ਼ਵਰ ਦੇ ਲੋਕਾਂ ਲਈ ਹੈ। ਔਰ ਕਹਿੰਦਾ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦਾ ਅਤੇ ਧੰਨਵਾਦ ਵੀ ਕਰਦਾ ਪਰਮੇਸ਼ਵਰ ਦੇ ਅੱਗੇ ਕਿ ਪ੍ਰਭੂ ਤੇਰਾ ਧੰਨਵਾਦ ਆ, ਤੂੰ ਅਫਸੁਸ ਦੀ ਕਲੀਸਿਆ ਨੂੰ ਵਧੀਆ ਬਣਾਇਆ ਹੋਇਆ। ਤੇਰਾ ਧੰਨਵਾਦ ਆ, ਤੂੰ ਅਫਸੁਸ ਦੀ ਕਲੀਸਿਆ ਨੂੰ ਵਧੀਆ ਬਣਾਇਆ, ਟੌਪ ਮੋਸਟ ਬਣਾਇਆ। ਪ੍ਰਭੂ ਤੇਰਾ ਧੰਨਵਾਦ ਆ, ਹਾਈ ਮੋਸਟ ਬਣਾਇਆ। ਪ੍ਰਭੂ ਤੇਰਾ ਧੰਨਵਾਦ ਆ। ਇੱਥੇ ਇਹਨਾਂ ਦੇ ਪ੍ਰੇਮ ਦੀ ਸਿਫਤ ਕਰਦਾ ਹੈ, ਇੱਥੇ ਇਹਨਾਂ ਦੇ ਈਮਾਨ ਦੀ ਸਿਫਤ ਕਰਦਾ, ਸਮਰਪਣ ਦੀ ਸਿਫਤ ਕਰਦਾ ਹੈ ਪੌਲਸ। ਔਰ ਝੂਠੀ ਨਹੀਂ ਕਰਦਾ, ਸੱਚੀ ਕਰਦਾ, ਖੁਸ਼ਾਮਦ ਦੀ ਗੱਲ ਨਹੀਂ ਕਰਦਾ, ਸੱਚੀ ਕਰਦਾ। ਪਰ ਅੱਗੇ ਕੀ ਹੋ ਗਿਆ? ਜਦੋਂ ਇਹ ਗੱਲ ਲਗਭਗ 30 ਸਾਲ ਬਾਅਦ, ਜਦੋਂ ਪ੍ਰਭੂ ਨੇ ਪ੍ਰਕਾਸ਼ ਦੀ ਪੋਥੀ ਯੂਹੰਨਾ ਨੂੰ ਲਿਖਵਾਈ ਆ, ਉਹ ਅਫਸੁਸ ਦੀ ਕਲੀਸਿਆ ਦੀ ਪ੍ਰਸ਼ੰਸਾ ਕਰ ਰਿਹਾ ਕੁਝ ਗੱਲਾਂ ਦੇ ਵਿੱਚ, ਅਫਸੁਸ ਦੀ ਕਲੀਸਿਆ ਦੂਤ ਦੀ ਪ੍ਰਸ਼ੰਸਾ ਕਰ ਰਿਹਾ ਕੁਝ ਗੱਲਾਂ ਦੇ ਵਿੱਚ, ਪਰ ਇੱਕ ਵਿਸ਼ੇਸ਼ ਗੱਲ ਵਿੱਚ ਉਹਨੂੰ ਚੇਤਾਵਨੀ ਦੇ ਰਿਹਾ, ਇੱਕ ਵਿਸ਼ੇਸ਼ ਗੱਲ ਦੇ ਵਿੱਚ ਉਹਨੂੰ ਚੇਤਾਵਨੀ ਦੇ ਰਿਹਾ ਆ, ਔਰ ਇੱਕ ਵਿਸ਼ੇਸ਼ ਗੱਲ ਤੋਂ ਉਹਨੂੰ ਤੋਬਾ ਕਰਨ ਦੇ ਲਈ ਕਹਿ ਰਿਹਾ, ਇੱਕ ਵਿਸ਼ੇਸ਼ ਗੱਲ ਤੋਂ ਉਹਨੂੰ ਤੋਬਾ ਕਰਨ ਦੇ ਲਈ ਕਹਿ ਰਿਹਾ। ਵਿਸ਼ੇਸ਼ ਗੱਲ ਤੋਂ, ਉਹ ਵਿਸ਼ੇਸ਼ ਗੱਲ ਕਿਹੜੀ ਹੈ? ਉਹ ਇਹ ਗੱਲ ਆ ਕਿ ਉਹਨੇ ਆਪਣਾ ਪਹਿਲਾ ਪ੍ਰੇਮ ਛੱਡ ਦਿੱਤਾ,
ਉਹ ਵਿਸ਼ੇਸ਼ ਗੱਲ ਜੇ ਤੋਂ ਤੋਬਾ ਕਰਨੀ ਉਹ ਕਿਹੜੀ ਹੈਗੀ ਆ ਕਿ ਉਹਨੇ ਆਪਣਾ ਪਹਿਲਾ ਪ੍ਰੇਮ ਛੱਡ ਦਿੱਤਾ। ਹੁਣ ਦੇਖੋ ਬਹੁਤ ਹੱਦ ਤੱਕ ਅਫਸੂਸ ਦੀ ਕਲੀਸਿਆ ਗਿਰ ਗਈ, ਅਫਸੂਸ ਦੀ ਕਲੀਸਿਆ ਦਾ ਦੂਤ ਗਿਰ ਗਿਆ, ਭਾਵ ਅਗੂਏ ਵੀ ਗਿਰ ਗਏ ਔਰ ਕਲੀਸਿਆ ਵੀ ਗਿਰ ਗਈ। ਜਦੋਂ ਅਗੂਆ ਗਿਰਨਾ ਕਲੀਸਿਆ ਤਾਂ ਗਿਰਨੀ ਗਿਰਨੀ, ਜਦੋਂ ਅਗੂਆ ਗਿਰਨਾ ਕਲੀਸਿਆ ਵੀ ਗਿਰਨੀ। ਜਦੋਂ ਜਹਾਜ਼ ਦਾ ਪਾਇਲਟ ਗਿਰਦਾ ਹੈ ਤੇ ਜਹਾਜ਼ ਵੀ ਗਿਰਦਾ ਹੈ ਤੇ ਜਹਾਜ਼ ਵਿੱਚ ਬੈਠੇ ਹੋਏ ਲੋਕ ਵੀ ਗਿਰਦੇ। ਅੱਜ ਬਹੁਤ ਸਾਰਿਆਂ ਦੀ ਹਾਲਤ ਕਿੱਦਾਂ ਦੀ ਹੈ, ਬਹੁਤ ਸਾਰੀਆਂ ਕਲੀਸਿਆਵਾਂ ਦੀ ਹਾਲਤ ਕਿੱਦਾਂ ਦੀ ਹੈ। ਬਹੁਤ ਸਾਰੀਆਂ ਕਲੀਸਿਆਵਾਂ ਠੀਕ ਇੱਦਾਂ ਹੈ ਜਿੱਦਾਂ 1000 ਫੁੱਟ ਉਚਾਈ ਤੇ ਜਹਾਜ਼ ਉੱਡਦਾ। ਅਗਰ ਜਹਾਜ਼ ਡਿੱਗਣਾ ਸ਼ੁਰੂ ਹੋ ਜਾਏ ਨਾ ਤੇ ਉਹ ਪਾਇਲਟ ਨੂੰ ਪਤਾ ਹੁੰਦਾ ਕਿ ਜਹਾਜ਼ ਡਿੱਗਣਾ ਸ਼ੁਰੂ ਹੋ ਗਿਆ, ਬਸ ਸਵਾਰੀਆਂ ਨੂੰ ਨਹੀਂ ਪਤਾ ਹੁੰਦਾ ਜਹਾਜ਼ ਡਿੱਗਣਾ ਸ਼ੁਰੂ ਹੋ ਗਿਆ। ਉਹ ਤਾਂ ਬਸ ਫਿਲਮਾਂ ਦੇਖਣ ਡਏ ਹੁੰਦੇ ਬੈਠੇ, ਜਿਹੜੇ ਯਾਤਰੀ ਹੁੰਦੇ, ਕੋਈ ਸੁੱਤਾ ਹੁੰਦਾ, ਕੋਈ ਫਿਲਮਾਂ ਦੇਖਦਾ ਹੁੰਦਾ, ਕੋਈ ਰੱਬ ਰੱਬ ਕਰਦਾ ਹੁੰਦਾ, ਨਹੀਂ ਤਾਂ ਇਸੇ ਕੰਮ 'ਤੇ ਲੱਗੇ ਹੁੰਦੇ, ਬੇਖਬਰ। ਬੇਖਬਰ ਜਨਾਬ ਬੇਖਬਰ ਸੀ ਕਿ ਜਿਸ ਜਹਾਜ਼ ਵਿੱਚ ਉਹ ਬੈਠਾ ਉਹ ਡੁੱਬ ਰਿਹਾ ਹੈ। ਜਨਾਬ ਬੇਖਬਰ ਸੀ ਜਿਸ ਜਹਾਜ਼ ਵਿੱਚ ਉਹ ਬੈਠਾ ਉਹ ਡੁੱਬ ਰਿਹਾ ਹੈ। ਜਨਾਬ ਬੇਖਬਰ ਸੀ, ਉਹਦੇ ਕਰਕੇ ਜਹਾਜ਼ ਡੁੱਬ ਰਿਹਾ ਸੀ, ਪਰ ਉਹ ਬੇਖਬਰ ਸੀ, ਸੁੱਤਾ ਹੋਇਆ ਸੀ। ਬਹੁਤ ਸਾਰੇ ਸੁੱਤੇ ਹੋਏ ਆ ਜਿਨ੍ਹਾਂ ਦੇ ਕਰਕੇ ਜਹਾਜ਼ ਡਿੱਗ ਰਿਹਾ, ਸੁੱਤੇ ਹੋਏ ਆ। ਬੜਾ ਦੁੱਖ ਹੈ ਇਸ ਗੱਲ ਦਾ। ਅੱਜ ਇਸ ਗੱਲ ਨੂੰ ਸਮਝੋ, ਅੱਜ ਇਸ ਗੱਲ ਨੂੰ ਸਮਝੋ। ਜਦੋਂ ਜਹਾਜ਼ ਡਿੱਗਦਾ 1000 ਫੁੱਟ ਉਚਾਈ ਤੋਂ ਡਿੱਗਦਾ, ਹੁਣ ਸਾਰਿਆਂ ਨੂੰ ਕਦੋਂ ਪਤਾ ਲੱਗਣਾ ਵੀ ਜਹਾਜ਼ ਡਿੱਗ ਗਿਆ? ਜਦੋਂ ਜ਼ਮੀਨ 'ਤੇ ਵੱਜਣਾ ਉਹਨੇ, ਉਦੋਂ ਪਤਾ ਲੱਗਣਾ। ਜਦੋਂ 1000 ਫੁੱਟ ਉਚਾਈ ਤੋਂ ਥੱਲੇ ਨੂੰ ਆ ਰਿਹਾ ਹੁੰਦਾ, ਉਦੋਂ ਲੱਗਦਾ, ਉਹਨਾਂ ਨੂੰ ਲੱਗਦਾ ਕਿ ਅਸੀਂ ਉੱਡੇ ਹੀ ਰਹੇ ਹਾਂ। ਉੱਡ ਰਹੇ ਹੁੰਦੇ, ਇਹ 'ਚ ਕੋਈ ਸ਼ੱਕ ਨਹੀਂ, ਉੱਡ ਰਹੇ ਹੁੰਦੇ, 'ਚ ਕੋਈ ਸ਼ੱਕ ਨਹੀਂ, ਪਰ ਗਿਰ ਵੀ ਰਹੇ ਹੁੰਦੇ ਆ, ਗਿਰ ਵੀ ਰਹੇ ਹੁੰਦੇ ਆ। ਅੱਜ ਬਹੁਤ ਸਾਰੇ ਆਪਣੇ ਆਪ ਨੂੰ ਉੱਡਦਾ ਹੋਇਆ ਦੇਖਦੇ ਆ, ਪਰ ਗਿਰ ਰਹੇ ਆ। ਗਿਰਦੇ 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 ਇੱਕ ਦਿਨ ਕ੍ਰੈਸ਼ ਹੋ ਜਾਣਾ, ਬਚ ਜਾਣਾ, ਔਰ ਇੱਕ ਦਿਨ ਹੈਰਾਨ ਹੋ ਜਾਣਾ, ਉਹ ਡਿੱਗ ਗਏ, ਖਤਮ ਹੋ ਗਈ ਕਹਾਣੀ, ਪਤਾ ਨਹੀਂ ਲੱਗਣਾ। ਪਰ ਅੱਜ ਬੇਨਤੀ ਆ, ਪਰਮੇਸ਼ਵਰ ਜੀਂਦੇ ਜਾਗਦੇ ਸਾਨੂੰ ਚੇਤਾਵਨੀ ਦੇ ਰਿਹਾ, ਜੀਂਦਿਆਂ ਨੂੰ ਚੇਤਾਵਨੀ ਦੇ ਰਿਹਾ। ਇਹ ਗੱਲ ਕਲੀ ਅਫਸੂਸ ਦੀ ਕਲੀਸਿਆ ਨਹੀਂ, ਅਫਸੂਸ ਦੀ ਕਲੀਸਿਆ ਤਾਂ ਸਾਡੇ ਲਈ ਚੇਤਾਵਨੀ ਹੋ ਗਈ ਕਿ ਅਫਸੂਸ ਦੀ ਕਲੀਸਿਆ ਹੀ ਗਾਇਬ ਹੋ ਗਈ। ਅੱਜ ਅਫਸੂਸ ਦੀ ਕਲੀਸਿਆ ਹੀ ਗਾਇਬ ਹੋ ਗਈ, ਅੱਜ ਅਫਸੂਸ ਦੀ ਕਲੀਸਿਆ ਹੀ ਹੈ ਨਹੀਂ। ਇਹ ਕੀ ਹੈ? ਇਹ ਇੱਕ ਵਾਰੀ ਇੱਕ ਸਮੇਂ ਇੰਨੀ ਮਹਾਨ ਕਲੀਸਿਆ ਹੈ, ਇੱਕ ਸਮੇਂ ਗਾਇਬ ਹੀ ਹੋ ਗਈ। ਇਹਦਾ ਕੀ ਮਤਲਬ ਆ? ਇਹਦਾ ਮਤਲਬ ਆ ਅਫਸੂਸ ਦੀ ਕਲੀਸਿਆ ਦਾ ਪਿਆਰ ਚਲਾ ਗਿਆ। ਕਿਹੜਾ ਪਿਆਰ ਚਲਾ ਗਿਆ? ਪਹਿਲਾ ਪਿਆਰ ਚਲਾ ਗਿਆ, ਪਹਿਲਾ ਪਿਆਰ ਚਲਾ ਗਿਆ। ਔਰ ਜਿਹਦਾ ਪਹਿਲਾ ਪਿਆਰ ਚਲਾ ਗਿਆ ਉਹ ਚਲਾ ਗਿਆ, ਉਹ ਚਲਾ ਗਿਆ ਆ, ਸਮਝ ਲਓ। ਚਲਾ ਗਿਆ ਦਾ ਮਤਲਬ ਪਰਮੇਸ਼ਵਰ ਤੋਂ ਦੂਰ ਹੋ ਗਿਆ ਆ, ਪਰਮੇਸ਼ਵਰ ਤੋਂ ਅਲੱਗ ਹੋ ਗਿਆ ਆ। ਔਰ ਅਫਸੂਸ ਦੀ ਕਲੀਸਿਆ ਦੂਤ ਔਰ ਅਫਸੂਸ ਦੀ ਕਲੀਸਿਆ ਪਰਮੇਸ਼ਵਰ ਤੋਂ ਦੂਰ ਸੀਗੇ, ਪਰ ਉਹ ਸਮਝਦੇ ਨਹੀਂ ਸੀਗੇ ਕਿ ਅਸੀਂ ਪਰਮੇਸ਼ਵਰ ਤੋਂ ਦੂਰ ਹਾਂ। ਮੇਰੇ ਭੈਣ ਭਰਾ, ਆਤਮਿਕ ਗਿਰਾਵਟ ਦਾ ਆਮ ਤੌਰ ਤੇ ਪਤਾ ਨਹੀਂ ਲੱਗਦਾ ਬੰਦੇ ਨੂੰ। ਜਦੋਂ ਆਤਮਿਕ ਗਿਰਾਵਟ ਹੁੰਦੀ ਨਾ, ਮਸੀਹ ਵਿੱਚ ਆ ਕੇ ਆਤਮਿਕ ਗਿਰਾਵਟ ਹੁੰਦੀ, ਪਤਾ ਨਹੀਂ ਲੱਗਦਾ ਜ਼ਿਆਦਾਤਰ। ਪਿਛੇ ਪ੍ਰਭੂ ਦੇ ਦਾਸ, ਮਹਾਨ ਦਾਸ ਬੈਨਹਿਨ ਨੇ ਇੱਕ ਬਹੁਤ ਵੱਡੀ ਸੱਚਾਈ ਬੋਲੀ। ਉਹ ਕਹਿੰਦਾ, ਜਦੋਂ ਮੇਰਾ ਪ੍ਰਭੂ ਨਾਲ ਰਿਸ਼ਤਾ ਟੁੱਟ ਚੁੱਕਾ ਸੀਗਾ, ਜਦੋਂ ਮੈਂ ਪ੍ਰਭੂ ਦੇ ਨਾਲ ਨਹੀਂ ਸੀਗਾ, ਜਦੋਂ ਮੇਰੀ ਜ਼ਿੰਦਗੀ 'ਚ ਗਿਰਾਵਟ ਆ ਚੁੱਕੀ ਸੀਗੀ, ਆਤਮਿਕ ਗਿਰਾਵਟ ਆ ਚੁੱਕੀ ਸੀਗੀ, ਜਿਹੜੇ ਸੰਮੇਲਨ ਸੀ ਜਾਂ ਸਤਸੰਗ ਸੀ ਜਾਂ ਬੰਦਗੀਆਂ ਸੀਗੀਆਂ, ਕਰੂਸੇਡ ਸੀਗੇ, ਉਹਨਾਂ ਵਿੱਚ ਚਿੰਨ ਚਮਤਕਾਰ ਉੱਦਾਂ ਹੀ ਹੁੰਦੇ ਸੀ। ਇਹ ਬਹੁਤ ਸਾਰਿਆਂ ਦੇ ਚਿੰਨ ਚਮਤਕਾਰ ਹੋ ਰਹੇ ਆ, ਗਿਰੇ ਹੋਏ ਵੀ ਆ ਤੇ ਚਿੰਨ ਚਮਤਕਾਰ ਵੀ ਹੋ ਰਹੇ। ਉਹ ਕਹਿੰਦੇ ਦੇਖੋ ਚਿੰਨ ਚਮਤਕਾਰ। ਓਕੇ, ਚਿੰਨ ਚਮਤਕਾਰ ਕਰ ਰਿਹਾ ਪਰਮੇਸ਼ਰ ਵਿਸ਼ਵਾਸ ਦੇ ਨਾਲ, ਲੋਕਾਂ ਦੀ ਲੋੜ ਦੇ ਅਨੁਸਾਰ। ਪਰ ਕੀ ਤੁਸੀਂ ਮਸੀਹ ਦੀ ਡੀਲ ਤੇ ਖੜੇ ਆ? ਜੇ ਅੱਜ ਮਸੀਹ ਤੁਹਾਨੂੰ ਲੈਣ ਆਵੇ ਕਿ ਤੁਸੀਂ ਉਹਦੇ ਨਾਲ ਚੱਲ ਜੂਗੇ, ਇਹ ਅਗਲੀ ਗੱਲ ਆ, ਇਹ ਅਗਲੀ ਗੱਲ, ਇਹ ਅਗਲੀ ਗੱਲ। ਔਰ ਇਸ ਗੱਲ ਤੇ ਗੱਲ ਕਰ ਰਿਹਾ ਪਰਮੇਸ਼ਰ। ਪਰਮੇਸ਼ਰ ਇੱਥੇ ਪ੍ਰਭੂ ਦਾ ਵਚਨ ਇਸ ਗੱਲ ਤੇ ਗੱਲ ਨਹੀਂ ਕਰ ਰਿਹਾ ਕਿ ਤੂੰ ਚਿੰਨ ਚਮਤਕਾਰ ਕਰਦਾ ਕਿ ਨਹੀਂ ਕਰਦਾ। ਉਹ ਇਸ ਗੱਲ ਤੇ ਗੱਲ ਕਰ ਰਿਹਾ ਕਿ ਤੂੰ ਆਪਣਾ ਪਹਿਲਾ ਪ੍ਰੇਮ ਗਵਾ ਬੈਠਾ ਹੈ। ਜਿਹੜਾ ਮੈਂ ਤੈਨੂੰ ਦਿੱਤਾ ਸੀ ਉਹ ਤੇਰੇ ਕੋਲ ਨਹੀਂ ਹੈਗਾ, ਜਿਹੜਾ ਮੈਂ ਤੈਨੂੰ ਦਿੱਤਾ ਸੀ ਉਹ ਤੇਰੇ ਕੋਲ ਨਹੀਂ ਹੈਗਾ, ਤੂੰ ਉਹਨੂੰ ਸਾਂਭਿਆ ਨਹੀਂ ਹੈਗਾ। ਇੱਕ ਦਿਨ ਤੂੰ ਰੋਂਦਾ ਹੋਇਆ ਆਇਆ ਸੀ, ਬਿਲਕਦਾ ਹੋਇਆ ਆਇਆ ਸੀ, ਤੜਫਦਾ ਹੋਇਆ ਆਇਆ ਸੀ, ਮੈਂ ਤੇਰੇ ਤੇ ਕਿਰਪਾ ਕੀਤੀ ਸੀ। ਪ੍ਰਭੂ ਕਹਿੰਦਾ ਅੱਜ ਉਹ ਤੇਰੇ 'ਚ ਗੱਲ ਨਹੀਂ ਹੈਗੀ,
ਯਿਸੂ ਮਸੀਹ ਨੇ ਕਿਹਾ ਜੋ ਤੁਸੀਂ ਸਾਰੇ ਹੁਕਮਾਂ ਦੀ ਪਾਲਣਾ ਕਰੋ ਤੇ ਤੁਸੀਂ ਕਹੋ ਹੇ ਪ੍ਰਭੂ ਅਸੀਂ ਨਿਕੰਮੇ ਬੰਦੇ ਹਾਂ, ਅਸੀਂ ਬਹੁਤ ਕੁਝ ਨਹੀਂ ਕਰ ਸਕੇ, ਅਸੀਂ ਨਿਕੰਮੇ ਬੰਦੇ, ਨਿਕੰਮੇ ਕਹਿਣਾ ਕਦੋਂ ਕਹਿਣਾ? ਜਦੋਂ ਸਾਰਿਆਂ ਹੁਕਮਾਂ ਦਾ ਪਾਲਣ ਕਰ ਲਓ। ਪਰ ਅੱਜ ਕੋਈ ਵੀ ਸਾਰੇ ਹੁਕਮਾਂ ਦਾ ਪਾਲਣ ਨਹੀਂ ਕਰਦਾ, ਪਰ ਫਿਰ ਵੀ ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਨਿਕੰਮਾ ਕਹਿਣ ਲਈ ਤਿਆਰ ਨਹੀਂ ਹੈਗਾ। ਇੱਥੋਂ ਪਤਾ ਲੱਗਦਾ ਕਿ ਉਹ ਗੱਲ ਨਹੀਂ ਹੈਗੀ ਜਿਹੜੀ ਹੁੰਦੀ ਸੀ। ਇੱਕ ਦਿਨ ਆਉਂਦੇ ਹੀ ਛਾਤੀ ਪਿੱਟਦੇ ਕਹਿੰਦੇ ਪ੍ਰਭੂ ਮੈਂ ਪਾਪੀ ਹਾਂ, ਮੇਰੇ 'ਤੇ ਦਇਆ ਕਰ, ਪ੍ਰਭੂ ਮੈਂ ਨਿਕੰਮਾ ਬੰਦਾ, ਮੇਰੇ 'ਤੇ ਦਇਆ ਕਰ। ਉਹ ਗੱਲ ਗਈ। ਅੱਜ ਮਸੀਹ ਸੁਪੀਰੀਅਰ ਹੋ ਗਿਆ, ਅੱਜ ਮਸੀਹ ਵੱਡਾ ਹੋ ਗਿਆ। ਉਹ ਗੱਲ ਗਈ ਪਹਿਲੀ, ਜਿਹੜੀ ਪਹਿਲੀ ਗਈ ਉਹ ਚਾਹੀਦੀ ਆ ਪ੍ਰਭੂ ਨੂੰ। ਇਸ ਲਈ ਪ੍ਰਭੂ ਕਹਿੰਦਾ ਮੁੜਿਆ ਤੋਬਾ ਕਰ ਔਰ ਆਪਣੇ ਅਗਲੇ ਹੀ ਕੰਮ ਕਰ। ਜੇ ਤੂੰ ਤੋਬਾ ਨਾ ਕੀਤੀ ਤਾਂ ਮੈਂ ਤੇਰਾ ਸ਼ਮਾਦਾਨ ਹਟਾ ਦੇਣਾ, ਪ੍ਰਭੂ ਕਹਿੰਦਾ। ਅੱਜ ਬੇਨਤੀ ਸਿੱਧ ਕਹਿੰਦਾ ਬਹੁਤਿਆਂ ਦੇ ਸ਼ਮਾਦਾਨ ਹਟਣ ਜਾ ਰਹੇ, ਪਰ ਉਹਨੂੰ ਪਤਾ ਨਹੀਂ ਹੈਗਾ। ਉਹ ਸੋਚਦੇ ਹਵਾ 'ਚ ਉੱਡ ਰਹੇ, ਕੋਈ ਗੱਲ ਹੀ ਨਹੀਂ, ਪਤਾ ਹੀ ਨਹੀਂ ਕਿਹੜੇ ਲੈਵਲ 'ਤੇ ਉੱਡ ਰਹੇ, ਪਤਾ ਨਹੀਂ ਕਿਹੜੇ ਲੈਵਲ 'ਤੇ ਜਹਾਜ਼ ਐਂ ਜਾਂਦਾ ਅਤੇ ਕਿਹੜੇ ਲੈਵਲ 'ਤੇ ਐਂ ਜਾਂਦਾ, ਕਿਹੜੀ ਸਪੀਡ ਵਿੱਚ ਐਂ ਜਾਂਦਾ ਅਤੇ ਕਿਹੜੀ ਸਪੀਡ ਵਿੱਚ ਐਂ ਜਾਂਦਾ, ਪਤਾ ਨਹੀਂ। ਠੀਕ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਜਿਹੜਾ ਇਸ ਗੱਲ ਨੂੰ ਨਹੀਂ ਸਮਝਦਾ ਉਹ ਪ੍ਰੋਬਲਮ 'ਚ। ਇਸ ਲਈ ਸਮਝ ਜਾਓ। ਇੱਕ ਉਦਾਹਰਨ ਦੇਖਦੇ ਹਾਂ, ਜਿੱਦਾਂ ਜਿਹੜੇ ਲੂਸੀਫਰ ਉਹਦੀ ਸਾਰੀ ਸੈਨਾ ਜਿਹੜੀ ਅੱਜ ਸ਼ੈਤਾਨ ਦੇ ਦੂਤ, ਸ਼ੈਤਾਨ ਬਣ ਗਏ, ਸ਼ੈਤਾਨੀ ਦੂਤ ਬਣ ਗਏ। ਇੱਕ ਸਮੇਂ ਉਹ ਪਰਮੇਸ਼ਰ ਦੇ ਨਾਲ ਪਰਮ ਧਾਮ ਵਿੱਚ ਸੀਗੇ, ਤੀਸਰੇ ਅਸਮਾਨ 'ਤੇ ਸੀਗੇ। ਜਦੋਂ ਉਹਨਾਂ ਨੇ ਬਗਾਵਤ ਕੀਤੀ, ਪਰਮੇਸ਼ਰ ਨੇ ਤੀਸਰੇ ਅਸਮਾਨ ਤੋਂ ਗਿਰਾ ਦਿੱਤੇ। ਜਦੋਂ ਪਰਮੇਸ਼ਰ ਨੇ ਤੀਸਰੇ ਅਸਮਾਨ ਤੋਂ ਗਿਰਾ ਦਿੱਤੇ ਤਾਂ ਕੀ ਨਿਕਲਿਆ? ਤੀਸਰੇ ਅਸਮਾਨ ਤੋਂ ਗਿਰਾਉਣ ਤੋਂ ਬਾਅਦ ਦੇ ਵਿੱਚ ਉਹ ਦੂਸਰੇ ਤੇ ਪਹਿਲੇ ਅਸਮਾਨ 'ਤੇ ਅਟਕ ਗਏ। ਜਦੋਂ ਉੱਥੇ ਅਟਕੇ ਹੋਏ ਆ ਉਹ ਉੱਥੇ ਆਪਣਾ ਇੱਕ ਤਰ੍ਹਾਂ ਦਾ ਰਾਜ ਬਣਾ ਕੇ ਬੈਠੇ ਆ। ਉਹ ਇੱਕ ਵਹਿਮ ਵਿੱਚ ਆ। ਉਹ ਇਹ ਕਹਿੰਦੇ ਆ ਵੀ ਸਾਡਾ ਤਾਂ ਰਾਜ ਹੀ ਆ। ਉਹ ਕਹਿੰਦੇ ਸਾਡਾ ਤਾਂ ਰਾਜ ਹੀ ਆ। ਉਹ ਇਹ ਕਹਿ ਰਹੇ ਆ। ਦੇਖੋ ਜਿਹੜਾ ਆਪਸੀਆਂ 6ਵਾਂ ਅਧਿਆਇ ਆ ਉਹ ਇਹ ਦੱਸਦਾ ਆ, 12 ਵਚਨ ਦੱਸਦਾ, ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖਤਿਆਰਾਂ ਅਤੇ ਇਸ ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ। ਇਹ ਜਿਹੜੀ ਗੱਲ ਹੈ ਇਹ ਬੜੀ ਵੱਡੀ ਗੱਲ ਹੈ। ਇਹ ਜਿਹੜੀ ਗੱਲ ਹੈ ਬੜੀ ਵੱਡੀ ਹੈ ਕਿ ਉਹ ਕਿੱਥੇ ਆ? ਸੁਰਗੀ ਥਾਵਾਂ 'ਚ। ਹਿੰਦੀ ਵਿੱਚ ਆਕਾਸ਼ਾਂ 'ਚ ਲਿਖਿਆ। ਹੁਣ ਜਿਹੜੀ ਇਹ ਗੱਲ ਆ ਇਹ ਬੜੀ ਵੱਡੀ ਆ ਕਿ ਉਹ ਸੁਰਗੀ ਥਾਵਾਂ 'ਚ ਆ। ਜਦੋਂ ਸੁਰਗੀ ਥਾਵਾਂ 'ਚ ਆ, ਸੁਰਗੀ ਥਾਵਾਂ ਦਾ ਮਤਲਬ ਆ ਆਕਾਸ਼ਾਂ 'ਤੇ ਆ। ਉਹ ਜ਼ਮੀਨ 'ਤੇ ਨਹੀਂ ਗਿਰਾਏ ਗਏ, ਸਾਰੇ ਨਹੀਂ ਜ਼ਮੀਨ 'ਤੇ ਗਿਰਾਏ ਗਏ। ਕੁਝ ਜ਼ਮੀਨ 'ਤੇ ਆ, ਕੁਝ ਪਤਾਲ 'ਚ ਆ। ਤਦੇ ਪ੍ਰਭੂ ਦਾ ਵਚਨ ਇਹ ਦੱਸਦਾ ਹਰ ਗੋਡਾ ਨਿਭਾਇਆ ਜਾਊਗਾ। ਆਕਾਸ਼ ਉਤਲਿਆ, ਜ਼ਮੀਨ ਉਤਲਿਆ ਔਰ ਧਰਤੀ ਦੇ ਹੇਠਲਿਆਂ, ਸਾਰੇ ਗੋਡੇ, ਤਿੰਨੋਂ ਜਗ੍ਹਾ ਦੇ ਗੋਡੇ ਪ੍ਰਭੂ ਦੇ ਅੱਗੇ ਝੁਕੂਗੇ। ਇਹ ਤਾਂ ਹੀ ਗੱਲ ਲਿਖੀ ਗਈ ਹੈ। ਇੱਥੇ ਜਿਹੜੀ ਗੱਲ ਹੈ, ਇੱਥੇ ਗੱਲ ਬੜੀ ਸਪਸ਼ਟ ਹੈ। ਹਿੰਦੀ 'ਚ ਆਕਾਸ਼ ਲਿਖਿਆ ਔਰ ਇੰਗਲਿਸ਼ ਦੇ ਵਿੱਚ ਹੈਵਨਲੀ ਪਲੇਸਿਸ ਲਿਖਿਆ। ਸੁਰਗੀ ਥਾਂ, ਜਿਹਦਾ ਪੰਜਾਬੀ 'ਚ ਅਸੀਂ ਪੜ੍ਹਦੇ ਸੁਰਗੀ ਥਾਵਾਂ 'ਚ। ਜਿਹੜੇ ਉਹ ਗਿਰਾਏ ਗਏ ਸਵਰਗਦੂਤ ਆ, ਜਿਹੜੇ ਇੱਕ ਦਿਨ ਸਵਰਗਦੂਤ ਸੀਗੇ, ਉਹ ਗਿਰਾਏ ਗਏ। ਉਹ ਕਿੱਥੇ ਆ? ਅੱਜ ਵੀ ਸੁਰਗੀ ਥਾਵਾਂ 'ਚ ਲਿਖਿਆ। ਉਹ ਕਿੱਥੇ? ਦੂਸਰੇ ਅਤੇ ਪਹਿਲੇ ਅਸਮਾਨ 'ਤੇ ਹੈ। ਉੱਥੇ ਉਹਨੇ ਆਪਣਾ ਡੇਰਾ ਲਾਇਆ ਹੋਇਆ। ਔਰ ਉਹ ਕੀ ਕਰ ਰਹੇ ਆ? ਦੇਖੋ ਦੈਨੀਅਲ ਪ੍ਰਾਰਥਨਾ ਕਰ ਰਿਹਾ। ਉਹ ਤੋਂ ਪਰਮੇਸ਼ਰ ਦਾ ਦੂਤ ਜਿਬਰਾਇਲ ਆਇਆ, ਉਹਨੇ ਰੋਕ ਲਿਆ ਉਹਨੇ। ਦੇਖੋ ਕਿੰਨੀ ਬਦਮਾਸ਼ੀ ਆ ਉਹਨਾਂ ਦੀ। ਰੋਕਦੇ ਆ। ਜਦੋਂ ਰੋਕਦੇ ਆ ਫਿਰ ਮਿਕਾਇਲ ਆਇਆ। ਉਹਨਾਂ ਨੇ ਯੁੱਧ ਹੋਇਆ ਅਤੇ ਫਿਰ ਜਿਬਰਾਇਲ ਜਿਹੜਾ ਉਹ ਦਾਨੀਅਲ ਦੇ ਕੋਲ ਆਇਆ। ਇਸ ਕਰਕੇ ਉਹਨੇ ਆਪਣੇ ਲੇਟ ਹੋਣ ਦਾ ਕਾਰਨ ਦੱਸਿਆ। ਅੱਜ ਹੁਣ ਗੱਲ ਦੇਖੋ ਕਿੱਥੇ ਖੜੀ ਹੈ। ਅੱਜ ਜਿਹੜੀ ਗੱਲ ਹੈ, ਪ੍ਰਭੂ ਨੇ ਕਲੀਸਿਆ ਨੂੰ ਪਵਿੱਤਰ ਆਤਮਾ ਕਿਉਂ ਦਿੱਤਾ? ਪ੍ਰਭੂ ਨੇ ਕਲੀਸਿਆ ਦੇ ਅੰਦਰ ਸਵਰਗਦੂਤ ਦਾ ਆਤਮਾ ਨਹੀਂ ਪਾਇਆ। ਬਹੁਤ ਸਾਰੇ ਕਹਿੰਦੇ ਹਨ ਕਿ ਯੀਸ਼ੂ ਇੱਕ ਸਵਰਗਦੂਤ ਦਾ ਆਤਮਾ ਹੈ। ਉਹ ਝੂਠ ਬੋਲਦੇ ਹਨ ਔਰ ਝੂਠਾ ਪ੍ਰਚਾਰ ਕਰਦੇ ਹਨ। ਯੀਸ਼ੂ ਕਿਸੇ ਸਵਰਗਦੂਤ ਦਾ ਆਤਮਾ ਨਹੀਂ ਹੈ।
ਅੱਜ ਵੀ ਜਿਹੜਾ ਪਵਿੱਤਰ ਆਤਮਾ ਪ੍ਰਭੂ ਨੇ ਦਿੱਤਾ ਹੈ ਉਹ ਯੀਸ਼ੂ ਦਾ ਆਤਮਾ ਹੈ। ਪ੍ਰਭੂ ਨੇ ਕਿਸੇ ਦੂਤ ਦਾ ਆਤਮਾ ਕਲੀਸਿਆ ਨੂੰ ਨਹੀਂ ਦਿੱਤਾ। ਪ੍ਰਭੂ ਨੇ ਕਲੀਸਿਆ ਨੂੰ ਕਿਸੇ ਦੂਤ ਦਾ ਆਤਮਾ ਨਹੀਂ ਦਿੱਤਾ। ਇਸ ਲਈ ਦੂਤਾਂ ਦੀ ਸੇਵਾ ਕਰਨ ਵਾਲੇ ਨਹੀਂ ਹੈਗੇ ਅਸੀਂ, ਦੂਤ ਸਾਡੀ ਸੇਵਾ ਕਰਨ ਵਾਲੇ ਆ। ਕਲੀਸਿਆ ਦੀ ਸੇਵਾ ਦੂਤ ਕਰਦੇ। ਕਿਉਂ ਕਰਦੇ ਆ? ਕਿਉਂਕਿ ਕਲੀਸਿਆ ਵਿੱਚ ਪ੍ਰਭੂ ਦਾ ਆਤਮਾ ਆ। ਅੱਜ ਹੁਣ ਜਿਹੜੀ ਇਹ ਗੱਲ ਆ ਇਹ ਬੜੀ ਸਪਸ਼ਟ ਰੂਪ ਵਿੱਚ ਇਹ ਆ, ਜਦੋਂ ਗਿਰਾਏ ਗਏ, ਅੱਜ ਅਸੀਂ ਦੇਖ ਰਹੇ ਜਦੋਂ ਗਿਰਾਏ ਜਾਣ ਤੋਂ ਬਾਅਦ ਵੀ ਅੱਜ ਉਹ ਸੋਚਦੇ ਆ ਸ਼ੈਤਾਨ ਦੇ ਆਤਮੇ ਕਿ ਅਸੀਂ ਤਾਂ ਉਚਾਈਆਂ ਤੇ ਹੀ ਆ, ਗਿਰ ਗਏ ਆ, ਪਰ ਉਹ ਸੋਚਦੇ ਅਸੀਂ ਉਚਾਈਆਂ ਤੇ ਹੀ ਆ। ਅੱਜ ਜਿਹੜੇ ਲੋਕ ਆਤਮਾ ਤੋਂ ਗਿਰ ਗਏ, ਪਹਿਲੇ ਪ੍ਰੇਮ ਤੋਂ ਗਿਰ ਗਏ, ਈਸ਼ਵਰੀय ਪ੍ਰੇਮ ਤੋਂ ਗਿਰ ਗਏ, ਉਹ ਅੱਜ ਕੀ ਸੋਚ ਰਹੇ ਆ? ਅੱਜ ਸੋਚ ਰਹੇ ਅਸੀਂ ਪਰਮੇਸ਼ਰ ਦੇ ਨਾਲ ਹੀ ਆ, ਪਰਮੇਸ਼ਰ ਸਾਡੇ ਨਾਲ ਹੀ ਆ, ਅਸੀਂ ਆਤਮਾ 'ਚ ਹੀ ਆ, ਆਤਮਾ ਸਾਡੇ ਨਾਲ ਹੀ ਆ। ਪਰ ਬੇਨਤੀ ਸਿੱਧ ਕਰਨਾ, ਇਸ ਗੱਲ ਨੂੰ ਯਾਦ ਰੱਖੋ ਜੋ ਪ੍ਰਭੂ ਕਹਿ ਰਿਹਾ, ਕਹਿੰਦਾ ਮੈਂ ਤੇਰਾ ਸ਼ਮਾਦਾਨ ਹਟਾ ਦੇਣਾ ਤੇਰੀ ਥਾਂ ਤੋਂ। ਉਹ ਕੋਈ ਵੀ ਹੋ ਸਕਦਾ, ਕਿਸੇ ਦਾ ਕਿਲਾ ਨਹੀਂ ਠੋਕਿਆ ਇੱਥੇ, ਚਾਹੇ ਕੋਈ ਵੱਡਾ ਹੋਵੇ ਤੇ ਚਾਹੇ ਛੋਟਾ ਹੋਵੇ, ਚਾਹੇ ਜਿਹੜਾ ਮਰਜ਼ੀ ਹੋਵੇ, ਕਿਸੇ ਦਾ ਕਿਲਾ ਨਹੀਂ ਠੋਕਿਆ ਹੈਗਾ। ਕਿਸੇ ਨੂੰ ਪਰਮੇਸ਼ਰ ਨੇ ਕਿਸੇ ਨੂੰ ਠੇਕਾ ਨਹੀਂ ਦਿੱਤਾ ਵੀ ਤੂੰ ਆਹ ਕੰਮ ਤੂੰ ਹੀ ਕਰਨਾ ਹੈ, ਨਹੀਂ। ਪਰਮੇਸ਼ਰ ਹੈ, ਪਰਮੇਸ਼ਰ ਜੋ ਚਾਹੇ ਕਰ ਸਕਦਾ ਆ, ਇਹ ਉਹਦੇ ਵੱਸ 'ਚ ਆ, ਉਹਦੀ ਮਰਜ਼ੀ ਆ। ਔਰ ਇਹ ਜਿਹੜੀ ਗੱਲ ਹੈ ਇੱਦਾਂ ਹੀ ਆ। ਹੁਣ ਦੇਖੋ ਬਹੁਤ ਸਾਰੇ ਗਿਰਾਏ ਗਏ, ਨੂਹ ਦੇ ਜ਼ਮਾਨੇ 'ਚ ਗਿਰਾਏ ਗਏ, ਸਿਓਲ 'ਚ ਬੰਦ ਕਰਤੇ ਗਏ, ਕਿਉਂਕਿ ਉਹਨਾਂ ਨੇ ਪਰਮੇਸ਼ਰ ਦਾ ਜੋ ਜੈਂਟਾਈਲ ਸਿਸਟਮ ਸੀਗਾ ਉਹਨੂੰ ਹੀ ਖਰਾਬ ਕਰਤਾ ਉਹਨਾਂ ਨੇ। ਹੁਣ ਜਦੋਂ ਉਹਨਾਂ ਨੇ ਖਰਾਬ ਕਰਤਾ ਉਹ ਬੰਦ ਕਰਤੇ ਗਏ, ਅੰਧਕੂਪਾਂ 'ਚ ਬੰਦ ਕਰਤੇ ਗਏ। ਹੁਣ ਜਿਹੜੇ ਬਾਕੀ ਆ ਨਾ ਉਹ ਆਕੜੇ ਹੋਏ ਆ, ਜਿਹੜੇ ਦੁਸ਼ਟ ਆਤਮੇ, ਉਹ ਕਹਿੰਦੇ ਅਸੀਂ ਤਾਂ ਨਹੀਂ ਇੱਥੇ ਆਉਣਾ, ਤੁਸੀਂ ਤਾਂ ਕਮਜ਼ੋਰ ਸੀਗੇ, ਤੁਸੀਂ ਤਾਂ ਫਸ ਗਏ, ਸਾਨੂੰ ਕੋਈ ਕਾਬੂ ਕਰਕੇ ਦੇਖੇ ਤਾਂ। ਉਹ ਇੱਦਾਂ ਕਹਿੰਦੇ ਆ। ਇੱਕ ਯਿਸ਼ਯਾ 14 ਦੇ ਇੱਕ ਵਾਰੀ ਖੋਲਿਓ, ਫਿਰ ਗੱਲ ਜਿਹੜੀ ਆ ਹੋਰ ਜ਼ਿਆਦਾ ਵਧੀਆ ਕਲੀਅਰ ਹੋਊਗੀ। ਹੁਣ ਜਿਹੜੀ ਗੱਲ ਕਿੱਥੇ ਆ, ਜਿਹੜੇ ਅਜੇ ਤੱਕ ਪਤਾਲ 'ਚ ਨਹੀਂ ਡਿਗੇ, ਜਿਹੜੇ ਦੁਸ਼ਟ ਆਤਮੇ, ਜਿਹੜੇ ਸ਼ੈਤਾਨ ਦੇ ਦੂਤ ਹੈਗੇ, ਉਹ ਆਕੜੇ ਹੋਏ ਆ। ਔਰ ਜਿਨ੍ਹਾਂ ਦੇ ਵਿੱਚ ਉਹ ਬੜੇ ਆ ਉਹ ਵੀ ਆਕੜੇ ਹੋਏ ਆ। ਅੱਜ ਤੱਕ ਕਿੰਨੇ ਤਾਨਾਸ਼ਾਹ ਹੋਏ, ਨਿਮਰੋਦ ਤੋਂ ਲੈ ਕੇ ਕਿੰਨੇ ਤਾਨਾਸ਼ਾਹ ਦੁਨੀਆ 'ਚ ਹੋਏ, ਸਾਰੇ ਆਕੜੇ ਹੋਏ ਸੀਗੇ, ਪੂਰੇ ਤਾਨਾਸ਼ਾਹ ਸੀਗੇ, ਰਾਜੇ ਸੀ, ਦੁਨੀਆ 'ਤੇ ਅਤਿਆਚਾਰ ਕੀਤਾ, ਗਲਤ ਕੰਮ ਕੀਤੇ, ਸਾਰੀਆਂ ਮਰਜ਼ੀਆਂ ਕੀਤੀਆਂ, ਔਰ ਆਕੜੇ ਹੋਏ ਮਰ ਗਏ। ਆਕੜ 'ਚ ਮਰ ਗਏ ਇੱਕ ਦਿਨ, ਭਾਵੇਂ ਹਿਟਲਰ ਮਰ ਗਿਆ, ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਗਏ, ਪਰ ਮਰੇ ਆਕੜ 'ਚ। ਹੁਣ ਜਿਹੜੀ ਇਹ ਗੱਲ ਆ, ਜਿਨ੍ਹਾਂ ਦੇ ਵਿੱਚ ਉਹ ਆ ਗਏ, ਉਹ ਵੀ ਉੱਦਾਂ ਦੇ ਰਾਜੇ ਬਣ ਗਏ, ਉੱਦਾਂ ਦੇ ਮਨੁੱਖ ਬਣ ਗਏ। ਜਿਹੜੇ ਉਹ ਖੁਦ ਹੈਗੇ, ਜਿਹੜੇ ਦੁਸ਼ਟ ਆਤਮੇ, ਉਹ ਵੀ ਇੱਦਾਂ ਦੇ ਹੀ ਹੈ। ਜਿਹੜਾ ਯਿਸ਼ਯਾ 14:10 ਹੈ, ਇਹਨੂੰ ਆਪਾਂ ਪੜ੍ਹਦੇ ਹਾਂ ਇੱਕ ਵਾਰੀ। ਉਹ ਸਾਰੇ ਤੈਨੂੰ ਉੱਤਰ ਦੇਣਗੇ ਅਤੇ ਆਖਣਗੇ, ਤੂੰ ਵੀ ਸਾਡੇ ਵਾਂਗੂ ਮੰਦਾ ਕੀਤਾ ਗਿਆ, ਤੂੰ ਸਾਡੇ ਵਾਂਗੂ ਹੋ ਗਿਆ ਹੈ। ਜਿਹੜੇ ਪਹਿਲਾਂ ਤੋਂ ਗਏ ਆ ਉੱਥੇ, ਦੇਖੋ ਇਹ ਜਿਹੜਾ 14 ਅਧਿਆਇ ਇਹ ਸ਼ੈਤਾਨ ਦੇ ਨਿਆਂ ਨੂੰ ਦੱਸਦਾ ਹੈ, ਕਿਸ ਤਰੀਕੇ ਨਾਲ ਪ੍ਰਭੂ ਨੇ ਉਹਨੂੰ ਤਖਤ ਤੋਂ ਪਤਾਲ ਵਿੱਚ ਸੁੱਟਣਾ ਹੈਗਾ। ਪ੍ਰਭੂ ਨੇ ਕਿਹਾ ਤੁਸੀਂ ਬੋਲੀ ਮਾਰਿਓ ਉਹਨੂੰ, ਜਦੋਂ ਮੈਂ ਸੁੱਟ ਦੂੰਗਾ ਉਹਨੂੰ। ਔਰ ਇਹ ਜਿਹੜੀ ਗੱਲ ਹੈਗੀ ਆ, ਪ੍ਰਭੂ ਦੇ ਬੰਦਿਆਂ ਤਾਂ ਬੋਲੀ ਮਾਰਨੀ, ਜਿਹੜੇ ਉਹਦੇ ਨਾਲ ਦੇ ਉਹਨੇ ਬੋਲੀ ਮਾਰਨੀ ਉਹਨੂੰ। ਕਿਉਂਕਿ ਹੁਣ ਕੀ ਕਰ ਰਹੇ ਆ, ਜਿਹੜੇ ਨਹੀਂ ਅਜੇ ਡਿਗੇ ਹੈਗੇ ਦੁਸ਼ਟ ਆਤਮੇ, ਉਹ ਉਹਨਾਂ ਨੂੰ ਬੋਲੀ ਮਾਰ ਰਹੇ ਆ, ਤੁਸੀਂ ਤਾਂ ਕਮਜ਼ੋਰ ਸੀਗੇ, ਕਾਬੂ ਆ ਗਿਆ, ਸਾਨੂੰ ਕਾਬੂ ਕਰਕੇ ਦਿਖਾਣ ਤਾਂ ਜਰਾ। ਅੱਜ ਵੀ ਤੁਸੀਂ ਦੁਸ਼ਟ ਆਤਮਾ ਨੂੰ ਫੇਸ ਕਰਦੇ ਆ, ਕਈ ਕਹਿੰਦੇ ਦੁਸ਼ਟ ਆਤਮੇ ਨਹੀਂ ਹੁੰਦੇ। ਭਾਈ ਜਿਨ੍ਹਾਂ ਨੂੰ ਚਿੰਬੜੇ ਉਹਨੂੰ ਪੁੱਛ ਕੇ ਦੇਖੋ, ਜਿਨ੍ਹਾਂ ਦੇ ਘਰ ਉਜਾੜਤੇ ਉਹਨਾਂ ਨੂੰ ਪੁੱਛ ਕੇ ਦੇਖੋ, ਜਿਨ੍ਹਾਂ ਦੇ ਹਾਲਾਤ ਵਿਗਾੜਤੇ ਉਹਨਾਂ ਨੂੰ ਪੁੱਛ ਕੇ ਦੇਖੋ, ਉਹਨਾਂ ਦੇ ਹਾਲਾਤ ਕਿੱਦਾਂ ਦੇ ਹੋ ਗਏ। ਰਾਤਾਂ ਦੀ ਚੈਨ ਨਹੀਂ, ਦਿਨ ਦੀ ਚੈਨ ਨਹੀਂ, ਰਾਤਾਂ ਦੀ ਨੀਂਦ ਨਹੀਂ ਹੈਗੀ। ਭਾਸ਼ਣ ਦੇਣੇ ਬਹੁਤ ਸੌਖੇ ਆ। ਮੈਂ ਵੀ ਤਰਕ 'ਚ ਪਿਆ ਸੀ, ਮੈਂ ਵੀ ਤਰਕ 'ਚ ਪੈ ਕੇ 1.5 ਸਾਲ ਬਾਈਬਲ ਨੂੰ ਸਾਈਡ 'ਤੇ ਰੱਖ ਕੇ ਪਰਮੇਸ਼ਰ ਨਾਲ ਲੜਦਾ ਰਿਹਾ। ਪਰ ਇਹ ਗੱਲ ਆ, ਖਿਆਲ ਹੋਰ ਚੀਜ਼ ਆ, ਭਾਸ਼ਣ ਹੋਰ ਚੀਜ਼ ਆ, ਆਰਗੂਮੈਂਟਸ ਹੋਰ ਚੀਜ਼ ਆ, ਪਰ ਰਿਐਲਿਟੀ ਜਿਹੜੀ ਉਹ ਹੋਰ ਚੀਜ਼ ਆ। ਇਸ ਲਈ ਗੱਲ ਬੜੀ ਸਪਸ਼ਟ ਹੈਗੀ ਹੈ। ਜੇ ਦੁਨੀਆ ਵਿੱਚ ਕਾਲ ਦਾ ਰਾਜ ਆ, ਸ਼ੈਤਾਨ ਦਾ ਰਾਜ ਆ, ਤੇ ਕਾਲ ਕੀ ਹੈ? ਕਲਯੁੱਗ ਹੈ ਤਾਂ ਸਾਰੇ ਮੰਨਦੇ, ਜਿਹੜੇ ਆਸਤਿਕ ਹੈਗੇ ਸਾਰੇ ਮੰਨਦੇ ਕਲਯੁੱਗ ਆ। ਭਾਈ ਫਿਰ ਕਾਲ ਕੀ ਆ? ਕਾਲ ਤਾਂ ਇੱਕ ਸਪਿਰਿਟ ਆ, ਆਤਮਾ ਆ। ਉਹ ਇਕੱਲਾ ਹੀ ਨਹੀਂ ਹੈਗਾ, ਉਹਦੇ ਨਾਲ ਕਿੰਨੀਆਂ ਸਪਿਰਿਟਸ ਹੈਗੀਆਂ। ਉਹ ਕਿੱਥੋਂ ਆਈਆਂ ਹੈਗੀਆਂ? ਉਹ ਇੱਕ ਦਿਨ ਖੁਦਾ ਦੇ ਦੂਤ ਸੀਗੇ, ਉਹ ਗਿਰਾਏ ਗਏ, ਉਹ ਦੁਨੀਆ 'ਤੇ ਆਪਣੇ ਰਾਜ ਦੀ ਸਥਾਪਨਾ 'ਚ ਲੱਗੇ ਹੋਏ ਆ। ਇਹੀ ਕਾਲ ਦਾ ਰਾਜ ਹੈ, ਇਹੀ ਕਲਯੁੱਗ ਆ। ਔਰ ਉਹ ਸਪਿਰਿਟਸ ਤੋਂ, ਉਹ ਰੂਹਾਂ ਬਦਰੂਹਾਂ ਤੋਂ, ਮਾੜੀਆਂ ਆਤਮਾ ਤੋਂ ਆ। ਉਹ
ਉਹ ਇਨਸਾਨਾਂ ਤੋਂ ਨਹੀਂ ਹੈਗਾ, ਮਨੁੱਖਾਂ ਤੋਂ ਨਹੀਂ ਹੈਗਾ। ਕਿਤੇ ਨਾ ਕਿਤੇ ਹਰ ਇਨਸਾਨ ਆਪਣੀ ਜਾਨ ਬਚਾਉਣੀ ਚਾਹੁੰਦਾ, ਪਰ ਫਿਰ ਵੀ ਗਨ ਆਪਣੀ ਜੇਬ 'ਚ ਰੱਖਦਾ ਹੈ। ਜਦੋਂ ਅੱਗੇ ਗੰਨਾਂ ਨਹੀਂ ਸੀ, ਤਲਵਾਰਾਂ ਰੱਖਦੇ ਸੀ। ਕਿਉਂ ਰੱਖਦਾ? ਆਪਣੀ ਸੇਫਟੀ ਲਈ ਰੱਖਦਾ। ਜੇ ਉਹ ਸੇਫ ਰਹੂਗਾ ਤਾਂ ਕਿਸੇ ਨੂੰ ਮਾਰਨ ਦੀ ਕੀ ਲੋੜ? ਪਰ ਕਿਸੇ ਨੂੰ ਕਿਉਂ ਮਾਰਨਾ ਪੈਂਦਾ? ਕਿਉਂਕਿ ਉਹ ਉਹਨੂੰ ਮਾਰਨ ਨੂੰ ਫਿਰਦਾ। ਉਹ ਉਹਨੂੰ ਕਿਉਂ ਮਾਰਨ ਨੂੰ ਫਿਰਦਾ? ਕਿਉਂਕਿ ਉਹਦਾ ਦਿਮਾਗ ਉਲਟ ਕੀਤਾ ਹੋਇਆ ਕਿਸੇ ਨੇ। ਮਿਸਾਲ ਦੇ ਤੌਰ 'ਤੇ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਮਾਰਤਾ। ਪਹਿਲੇ ਆਦਮੀ ਦੇ 2 ਬੇਟੇ ਹੋਏ, ਕਾਇਨ ਅਤੇ ਹਾਬਲ। ਉਹ ਵੱਡੇ ਭਰਾ ਨੇ ਛੋਟੇ ਭਰਾ ਨੂੰ ਮਾਰਤਾ। ਕੀ ਕਰਤਾ? ਦੁਸ਼ਟ ਨੇ ਉਹਦਾ ਦਿਮਾਗ ਉਲਟਾ ਕਰਤਾ। ਔਰ ਪ੍ਰਭੂ ਨੇ ਆ ਕੇ ਉਹਨੂੰ ਸਮਝਾਇਆ, ਯਹੋਵਾ ਪਰਮੇਸ਼ਵਰ ਨੇ ਆ ਕੇ ਕਾਇਨ ਨੂੰ ਸਮਝਾਇਆ, ਕਾਇਨ ਭਲਾ ਕਰ, ਨਹੀਂ ਤਾਂ ਪਾਪ ਬੂਹੇ ਉੱਤੇ ਸ਼ਹਿਰ 'ਚ ਬੈਠਾ, ਉਹਨੇ ਤੈਨੂੰ ਫੜ ਲੈਣਾ। ਜੇ ਤੂੰ ਭਲਾ ਕਰੂੰਗਾ ਤਾਂ ਮੈਂ ਤੈਨੂੰ ਉੱਚਾ ਕਰੂੰਗਾ, ਜੇ ਤੂੰ ਬੁਰਾ ਕਰੂੰਗਾ ਤਾਂ ਮੈਂ ਤੈਨੂੰ ਉੱਚਾ ਨਹੀਂ ਕਰਨਾ ਹੈਗਾ। ਪਰ ਪਾਪ ਬੂਹੇ ਉੱਤੇ ਸ਼ਹਿਰ 'ਚ ਬੈਠਾ, ਇਸ ਗੱਲ ਦਾ ਖਿਆਲ ਰੱਖੀ। ਉਹਨੇ ਨਹੀਂ ਖਿਆਲ ਰੱਖਿਆ, ਉਹ ਫਸ ਗਿਆ, ਉਹਨੇ ਆਪਣੇ ਭਰਾ ਨੂੰ ਮਾਰਤਾ। ਅੱਜ ਗੱਲ ਇੱਦਾਂ ਹੀ ਹੈ। ਕ੍ਰੋਧ ਦੀ ਇੱਕ ਸੀਮਾ ਹੈ, ਪਰ ਕ੍ਰੋਧ ਜਦੋਂ ਸੀਮਾ ਤੋਂ ਟੱਪ ਜਾਂਦਾ ਹੈ ਫਿਰ ਬੰਦੇ ਮਾਰਦਾ ਹੈ। ਔਰ ਇਹ ਕਿੱਥੋਂ ਪੈਦਾ ਹੁੰਦਾ ਹੈ? ਇਹ ਅਕਾਹਟ ਤੋਂ ਪੈਦਾ ਹੁੰਦਾ, ਫੇਲੀਅਰਨੈਸ ਤੋਂ ਪੈਦਾ ਹੁੰਦਾ। ਬਹੁਤ ਸਾਰੇ ਗੁੱਸੇ 'ਚ ਆਪਣੇ ਆਪ ਨੂੰ ਮਾਰ ਰਹੇ ਆ, ਬਹੁਤ ਸਾਰੇ ਗੁੱਸੇ 'ਚ ਦੂਸਰੇ ਨੂੰ ਮਾਰ ਰਹੇ। ਇਸ ਤੋਂ ਬਚ ਜਾਓ। ਇਹ ਸਪਿਰਿਟਸ ਤੋਂ ਆ, ਇਹ ਮਾੜੀਆਂ ਆਤਮਾ ਤੋਂ ਆ। ਇਨਸਾਨ ਕੋਈ ਨਹੀਂ ਮਰਨਾ ਚਾਹੁੰਦਾ। ਆ ਜਿਹੜੇ ਗੋਲੀਆਂ ਖਾ ਕੇ ਮਰ ਰਹੇ, ਫਾਹੇ ਲਾ ਕੇ ਮਰ ਰਹੇ, ਜਿਹੜੇ ਗੋਲੀਆਂ ਮਾਰ ਕੇ ਮਰ ਰਹੇ, ਉਹ ਮਰਨਾ ਥੋੜ੍ਹੀ ਚਾਹੁੰਦੇ ਸੀ, ਪਰ ਹਾਲਾਤ ਇੱਦਾਂ ਦੇ ਬਣ ਗਏ। ਉਹਨਾਂ ਨੂੰ ਸਮਝ ਨਹੀਂ ਲੱਗੀ ਕੀ ਕਰੀਏ। ਜੇ ਉਹ ਖੁਦਾ ਦੀ ਅਗਵਾਈ 'ਚ ਹੁੰਦੇ ਤਾਂ ਉਹਨਾਂ ਨੂੰ ਸਮਝ ਲੱਗਦਾ ਸੀ ਕੀ ਕਰਨਾ, ਔਰ ਫਿਰ ਉਹ ਖੁਦਾ 'ਚ ਵੱਧ ਜਾਂਦੇ ਔਰ ਖੁਦਾ ਉਹਨਾਂ ਦੀ ਜ਼ਿੰਦਗੀ ਬਚਾ ਲੈਂਦਾ। ਇਹ ਗੱਲ ਜਿਹੜੀ ਆਪਾਂ ਵਿਚਾਰ ਕਰ ਰਹੇ ਹਾਂ ਉਹਨੂੰ ਸਿੱਖੋ। ਦੇਖੋ, ਇੱਕ ਜਿਹੜੇ ਆਤਮੇ ਹੈਗੇ ਜਿਹੜੇ ਗਿਰਾਏ ਗਏ, ਜਿਹੜੇ ਪਤਾਲ 'ਚ ਗਿਰਾਏ ਗਏ, ਔਰ ਇੱਕ ਜਿਹੜੇ ਆ ਅਜੇ ਜ਼ਮੀਨ 'ਤੇ ਤੁਰੇ ਫਿਰਦੇ ਹੈਗੇ, ਜਿਹੜੇ ਅਜੇ ਅਸਮਾਨ 'ਤੇ ਹੈਗੇ। ਇਹ ਦੁਸ਼ਟ ਆਤਮੇ ਜੇ ਤਿੰਨੋਂ ਜਗ੍ਹਾ 'ਤੇ ਹੈਗੇ ਆ। ਹੁਣ ਜਿਹੜੀ ਇਹ ਗੱਲ ਆ, 9ਵਾਂ ਵਚਨ ਦੱਸਦਾ, ਹੇਠੋਂ ਪਤਾਲ ਤੇਰੇ ਲਈ ਹਿੱਲ ਪਿਆ ਹੈ ਵੀ ਤੇਰੇ ਆਉਣ ਦਾ ਸਵਾਗਤ ਕਰੇ। ਉਹ ਤੇਰੇ ਲਈ ਭੂਤਨਿਆਂ ਨੂੰ, ਧਰਤੀ ਦੇ ਸਾਰੇ ਆਗੂਆਂ ਨੂੰ ਜਗਾਉਂਦਾ ਹੈ। ਉਹਨੇ ਕੌਮਾਂ ਦੇ ਸਾਰੇ ਰਾਜਿਆਂ ਨੂੰ ਉਹਨਾਂ ਦੇ ਸਿੰਘਾਸਨਾਂ ਤੋਂ ਚੁੱਕ ਦਿੱਤਾ ਹੈ। ਹੁਣ ਜਿਹੜੇ ਇਹ ਗੱਲ ਹੈਗੀ ਆ, ਪਹਿਲਾਂ ਉੱਥੇ ਦੁਸ਼ਟ ਆਤਮੇ ਵੀ ਜਾ ਚੁੱਕੇ ਆ ਅਤੇ ਕੌਮਾਂ ਦੇ ਰਾਜੇ ਵੀ ਜਾ ਚੁੱਕੇ ਆ। ਉੱਥੇ ਜਿਹੜੇ ਦੁਸ਼ਟ ਆਤਮਾ ਵਰਗੇ ਬਣ ਗਏ ਸੀਗੇ, ਜਿਹੜੇ ਦੁਸ਼ਟ ਆਤਮਾ ਦੇ ਸਮਾਨ ਬਣ ਗਏ ਸੀਗੇ, ਉੱਥੇ ਜਾ ਚੁੱਕੇ ਆ। ਔਰ ਜਿਹੜੇ ਹੁਣ ਜਾਣੇ ਆ ਉੱਥੇ, ਜਿਹੜੇ ਹੁਣ ਜਾਣੇ ਉੱਥੇ, ਉਹਨਾਂ ਨੇ ਵਿਅੰਗ ਕਰਨਾ। ਵਿਅੰਗ ਜਿਹੜਾ ਇੱਥੇ ਵਰਣਨ ਕੀਤਾ ਗਿਆ 10ਵੇਂ ਵਚਨ ਦੇ ਵਿੱਚ, ਉਹ ਉੱਤਰ ਦੇਣਗੇ ਤੈਨੂੰ, ਆਖਣਗੇ ਤੂੰ ਵੀ ਸਾਡੇ ਵਾਂਗੂ ਮੰਦਾ ਕੀਤਾ ਗਿਆ। ਇੱਕ ਸਾਈਨ ਆਫ ਐਕਸਕਲੇਮੇਸ਼ਨ ਹੈ ਇਹਦੇ ਦੋਨਾਂ ਲਾਈਨਾਂ ਦੇ ਪਿੱਛੇ, ਇਹ ਦੂਸਰੀ ਔਰ ਤੀਸਰੀ ਲਾਈਨ ਦੇ ਪਿੱਛੇ। ਤੂੰ ਵੀ ਸਾਡੇ ਵਾਂਗੂ ਮੰਦਾ ਕੀਤੇ ਗਿਆ, ਇਹਦੇ ਪਿੱਛੇ ਵੀ, ਔਰ ਤੂੰ ਸਾਡੇ ਵਾਂਗੂ ਹੋ ਗਿਆ ਹੈ, ਇਹਦੇ ਪਿੱਛੇ ਵੀ। ਸਾਈਨ ਆਫ ਐਕਸਕਲੇਮੇਸ਼ਨ, ਇਹਦਾ ਮਤਲਬ ਹੈਰਾਨੀਵਾਚਕ ਸ਼ਬਦ ਹੈ। ਉਹਦੇ 'ਤੇ ਹੈਰਾਨ ਹੁੰਦੇ ਹੋਏ ਕਹਿਣਗੇ, ਤੁਸੀਂ ਤਾਂ ਕਹਿੰਦੇ ਸੀ ਅਸੀਂ ਕਮਜ਼ੋਰ ਹਾਂ ਤਾਂ ਫਸ ਗਏ, ਇੱਥੇ ਆ ਗਏ। ਤੁਸੀਂ ਤਾਂ ਬੜੇ ਤਕੜੇ ਸੀ, ਤੁਸੀਂ ਗੱਲ ਹੀ ਆ ਗਏ ਇੱਥੇ, ਤੁਸੀਂ ਕਿੱਦਾਂ ਆ ਗਏ? ਇਹ ਹਕੀਕਤ ਹੈ। ਦੁਸ਼ਟ ਦਾ ਅੰਤ ਇਹੀ ਹੈ। ਦੁਸ਼ਟ ਦਾ ਅੰਤ ਇਹੀ ਹੈ। ਔਰ ਜਿਹੜੇ ਦੁਸ਼ਟ ਆ, ਉਹਨਾਂ ਨੇ ਹੀ ਉਹਨਾਂ 'ਤੇ ਵਿਅੰਗ ਕਰਨਾ ਹੈ। ਉਹਨਾਂ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਕਹਿਣਾ, ਔਰ ਵਿਅੰਗਾਤਮਕ ਸ਼ਬਦ ਵਿੱਚ ਕਹਿਣਾ, ਤੁਸੀਂ ਵੀ ਸਾਡੇ ਵਾਂਗੂ ਹੋ ਗਏ। ਤੁਸੀਂ ਤਾਂ ਬੜੇ ਤਕੜੇ ਸੀ, ਤੁਹਾਡੇ ਤਾਂ ਬੜੀ ਭੜਕ ਸੀ, ਤੁਹਾਡੀ ਤਾਂ ਬੜੀ ਟੌਰ ਸੀ, ਤੁਸੀਂ ਵੀ ਸਾਡੇ ਵਾਂਗੂ ਹੋ ਗਏ। ਤੁਹਾਡਾ ਵੀ ਆਹ ਹਾਲ ਹੋ ਗਿਆ, ਸਾਡੇ ਵਾਂਗੂ ਹੋ ਗਏ ਤੁਸੀਂ, ਇੱਦਾਂ ਕਹਿਣਾ। ਇਸ ਲਈ ਅੱਜ ਬੇਨਤੀ ਹੈ, ਇਸ ਗੱਲ ਨੂੰ ਸਮਝ ਜਾਓ। ਇਸ ਗੱਲ ਨੂੰ ਸਮਝ ਜਾਓ, ਜਿੱਦਾਂ ਜਿਹੜੇ ਗਿਰਾਏ ਗਏ ਸਵਰਗਦੂਤ ਆ, ਜਿਹੜੇ ਸਵਰਗਦੂਤ ਹੁਣ ਦੁਸ਼ਟ ਆਤਮੇ ਬਣ ਗਏ, ਉਹਨਾਂ ਨੂੰ ਗਿਆਨ ਨਹੀਂ ਹੋਇਆ ਅਸੀਂ ਗਿਰ ਗਏ, ਪਰ ਗਿਰ ਗਏ। ਅੱਜ ਉਹ ਗਿਰੇ ਹੋਏ ਆ। ਪਰ ਉਹ ਅਸਮਾਨਾਂ ਵਿੱਚ ਹੋਣ ਦੇ ਕਾਰਨ, ਇੱਥੇ ਦੁਨੀਆ ਦੇ ਉੱਤੇ ਦਾਅਵੇ ਪਾ ਕੇ, ਉਹਨਾਂ ਤੋਂ ਪਾਪ ਕਰਾ ਕੇ, ਉਹਨਾਂ ਦੀ ਜ਼ਿੰਦਗੀਆਂ ਖਰਾਬ ਕਰਨ ਦੇ ਕਾਰਨ ਉਹ ਸੋਚਦੇ ਆ ਸਾਡੀ ਚੱਲਦੀ ਆ, ਅਸੀਂ ਪਾਵਰਫੁਲ ਹੈਗੇ, ਇੰਪਾਵਰਡ ਹੈਗੇ, ਤਾਕਤਵਰ ਹੈਗੇ, ਅਸੀਂ ਸ਼ਕਤੀਸ਼ਾਲੀ ਹੈਗੇ। ਉਹ ਸੋਚਦੇ ਆ ਇੱਦਾਂ। ਪਰ ਇਹ ਗੱਲ ਸੁਣੋ, ਕੀ ਹੋਣ ਜਾ ਰਿਹਾ? ਹੋਣ ਜਾ ਰਿਹਾ ਜੋ ਯਸ਼ਯਾਹ 14 ਤੇ ਆਇਆ, ਹੋਣ ਜਾ ਰਿਹਾ। ਜਦੋਂ ਉੱਥੇ ਜਾਣਾ, ਸ਼ਾਨ ਸ਼ੌਕਤ ਸਾਰੀ ਮਿਟ ਜਾਣੀ, ਜਿੱਦਾਂ ਬਾਬਲ ਦੇ ਬਾਦਸ਼ਾਹ ਦੀ ਮਿਟਾਤੀ ਖੁਦਾ ਨੇ। ਅਤੇ ਅੱਜ ਮੇਰੇ ਭੈਣ ਭਰਾ, ਇਸ ਗੱਲ ਨੂੰ ਸਮਝ ਜਾਓ ਕਿ ਜੀਂਦੇ ਜੀ ਇੱਕ ਚੇਤਾਵਨੀ ਆ, ਜੀਂਦਿਆਂ ਨੂੰ ਚੇਤਾਵਨੀ ਆ। ਅਗਰ ਸਮਝ ਗਏ ਤਾਂ ਪਾਰ ਉਤਾਰਾ ਹੋ ਜਾਣਾ, ਅਗਰ ਨਹੀਂ ਸਮਝੇ ਤਾਂ ਗੜਬੜੀ ਆ। ਇਹ ਜਿਹੜੀ ਚੇਤਾਵਨੀ ਆ, ਇਹ ਚੇਤਾਵਨੀ ਬੜੀ ਸਪਸ਼ਟ ਰੂਪ ਵਿੱਚ ਆ ਕਿ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ। ਚੇਤੇ ਕਰ ਤੂੰ ਕਿੱਥੋਂ ਡਿੱਗਿਆ, ਚੇਤੇ ਕਰ ਤੂੰ ਕਿੱਥੋਂ ਡਿੱਗਿਆ ਆ, ਚੇਤੇ ਕਰ ਤੂੰ ਕਿੱਥੋਂ ਡਿੱਗਿਆ, ਚੇਤੇ ਕਰ ਤੂੰ ਕਿੱਥੋਂ ਡਿੱਗਿਆ। ਬੀਤੇ ਹਫ਼ਤੇ ਇੱਕ ਬੇਟੀ ਗਵਾਹੀ ਦੇ ਰਹੀ ਸੀ, ਉਹਦੀ ਗਵਾਹੀ ਨੇ ਸਾਰਿਆਂ ਨੂੰ ਰਵਾ ਦਿੱਤਾ।
ਸਾਰੀ ਕਲੀਸਿਆ ਨੂੰ, ਕਿਉਂਕਿ ਪ੍ਰਭੂ ਨੇ ਉਹਨੂੰ ਕੁਛ ਚੇਤੇ ਕਰਾਇਆ। ਜਦੋਂ ਪ੍ਰਭੂ ਨੇ ਉਹਨੂੰ ਚੇਤੇ ਕਰਾਇਆ, ਜੋ ਉਹਨੂੰ ਪ੍ਰਭੂ ਨੇ ਚੇਤੇ ਕਰਾਇਆ ਉਹਨੇ ਬੋਲਿਆ, ਔਰ ਆਪਣੇ ਪਰਿਵਾਰ ਦੀ ਹਕੀਕਤ ਨੂੰ ਬੋਲਿਆ। ਜਦੋਂ ਉਹਨੂੰ ਚੇਤੇ ਕਰਾਇਆ ਪ੍ਰਭੂ ਨੇ, ਉਹਨੇ ਬੋਲਿਆ। ਜਦੋਂ ਉਹਨੇ ਬੋਲਿਆ, ਖੁਦਾ ਨੇ ਉਹਨੂੰ ਬਲੈਸ ਕਰਤਾ, ਉਹਦੇ ਪਰਿਵਾਰ ਨੂੰ ਬਲੈਸ ਕਰਤਾ। ਅੱਜ ਮੇਰੇ ਭੈਣ ਭਰਾਓ, ਦੋ ਚੀਜ਼ਾਂ ਇਸ ਵਕਤ ਸਾਡੇ ਕੋਲ, ਦੋ ਰਸਤੇ ਆ। ਇੱਕ ਅਸੀਂ ਚੇਤੇ ਕਰਕੇ, ਆਪਣੇ ਆਪ ਨੂੰ ਰਿਅਲਾਈਜ਼ ਕਰਕੇ, ਆਪਣੀ ਹਾਲਤ ਨੂੰ ਸਮਝ ਕੇ, ਪਛਤਾਤਾਪ ਕਰਕੇ ਉੱਪਰ ਉੱਠ ਸਕਦੇ ਹਾਂ ਫਿਰ ਉਸ ਪ੍ਰੇਮ ਦੇ ਵਿੱਚ। ਦੂਸਰੀ ਗੱਲ ਆ, ਨੀਚੇ ਜਾ ਸਕਦੇ ਹਾਂ ਔਰ ਸਾਡਾ ਸ਼ਮਾਦਾਨ ਹਟਾਇਆ ਜਾ ਸਕਦਾ ਹੈ। ਦੋ ਗੱਲਾਂ। ਇਹ ਫੈਸਲਾ ਅੱਜ ਤੁਹਾਡੇ ਹੱਥ 'ਚ ਆ, ਮੇਰੇ ਹੱਥ 'ਚ ਆ। ਇਹ ਫੈਸਲਾ ਪ੍ਰਭੂ ਦੇ ਹੱਥ 'ਚ ਨਹੀਂ ਹੈਗਾ। ਹੁਣ ਪ੍ਰਭੂ ਨੇ ਤੁਹਾਡੇ ਹੱਥ ਵਿੱਚ ਦੇ ਦਿੱਤਾ, ਮੇਰੇ ਹੱਥ ਵਿੱਚ ਦੇ ਦਿੱਤਾ ਕਿ ਬੇਟਾ ਹੁਣ ਜਾਂ ਤੂੰ ਤੋਬਾ ਕਰਕੇ ਮੇਰੇ ਤੱਕ ਆ ਜਾ, ਜਾਂ ਫਿਰ ਨਹੀਂ ਤੋਬਾ ਕਰਨੀ ਥੱਲੇ ਹੁਣ ਤਾਂ ਜਾ ਹੀ ਰਿਹਾ, ਪਰ ਸ਼ਮਾਦਾਨ ਤੇਰਾ ਰਹਿਣਾ ਨਹੀਂ। ਪ੍ਰਭੂ ਕਹਿੰਦਾ ਸ਼ਮਾਦਾਨ ਬਣਾ ਕੇ ਖੜਾ ਕੀਤਾ ਪ੍ਰਭੂ ਨੇ। ਸ਼ਮਾਦਾਨ ਬਣਿਆ ਰਵੇ, ਦੁਆ ਆ, ਪ੍ਰਾਰਥਨਾ ਆ। ਪਰ ਕਿੱਦਾਂ ਬਣਿਆ ਰਹਿਣਾ? ਪਛਤਾਤਾਪ ਨਾਲ ਬਣਿਆ ਰਹਿਣਾ, 100% ਪਛਤਾਤਾਪ ਨਾਲ ਬਣਿਆ ਰਹਿਣਾ। ਜਿਹੜਾ 100% ਪਛਤਾਤਾਪ ਕਰੇਗਾ ਉਹਦਾ ਸ਼ਮਾਦਾਨ ਬਣਿਆ ਰਹੇਗਾ ਔਰ ਉਹ ਵੱਧਦਾ ਜਾਏਗਾ। ਆਓ ਪ੍ਰਭੂ ਦੀ ਹਜ਼ੂਰੀ 'ਚ ਪ੍ਰਾਰਥਨਾ ਕਰੀਏ। ਆਓ ਪ੍ਰਭੂ ਦੀ ਹਜ਼ੂਰੀ 'ਚ ਪ੍ਰਾਰਥਨਾ ਕਰੀਏ। ਸਾਮਰਥੀ 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 ਪਰਮੇਸ਼ਵਰ, ਪ੍ਰਭੂ ਅਸੀਂ ਤੇਰੇ ਬੱਚਿਆਂ ਨੂੰ ਸਿੱਖਿਆ, ਪ੍ਰਭੂ ਸੁਣਿਆ, ਸਮਝਿਆ। ਪ੍ਰਭੂ ਐ ਖੁਦਾਵੰ, ਜਿੱਦਾਂ ਤੂੰ ਸਭ ਨਾਲ ਗੱਲਬਾਤ ਕੀਤੀ ਪ੍ਰਭੂ, ਸਭ ਦੇ ਅੰਦਰ ਇਹ ਗੱਲਾਂ ਪਾ ਦੇ ਪ੍ਰਭੂ, ਤਾਂ ਕਿ ਪ੍ਰਭੂ ਅਫਸੋਸ ਦੀ ਕਲੀਸਿਆ ਦੀ ਤਰ੍ਹਾਂ ਕਲੀਸਿਆਵਾਂ ਮਰਨ ਨਾ ਪ੍ਰਭੂ, ਸ਼ਮਾਦਾਨ ਹਟਾਏ ਨਾ ਜਾਣ ਪ੍ਰਭੂ। ਪਛਤਾਤਾਪ ਦਾ ਆਤਮਾ ਬਹਾਇਆ ਜਾਏ ਯਿਸੂ ਦੇ ਸਾਮਰਥੀ ਨਾਮ ਵਿੱਚ। ਪਛਤਾਤਾਪ ਦਾ ਆਤਮਾ ਬਹਾਇਆ ਜਾਏ ਯਿਸੂ ਦੇ ਸਾਮਰਥੀ ਨਾਮ ਵਿੱਚ। ਪਛਤਾਤਾਪ ਦਾ ਆਤਮਾ ਬਹਾਇਆ ਜਾਏ ਯਿਸੂ ਦੇ ਸਾਮਰਥੀ ਨਾਮ ਵਿੱਚ। ਪਛਤਾਤਾਪ ਦਾ ਆਤਮਾ ਬਹਾਇਆ ਜਾਏ ਯਿਸੂ ਦੇ ਸਾਮਰਥੀ ਨਾਮ ਵਿੱਚ। ਪਛਤਾਤਾਪ ਦਾ ਆਤਮਾ ਬਹਾਇਆ ਜਾਏ ਯਿਸੂ ਦੇ ਸਾਮਰਥੀ ਨਾਮ ਵਿੱਚ। ਪਛਤਾਤਾਪ ਦਾ ਆਤਮਾ ਬਹਾਇਆ ਜਾਏ ਯਿਸੂ ਦੇ ਸਾਮਰਥੀ ਨਾਮ ਵਿੱਚ। ਪਛਤਾਤਾਪ ਦਾ ਆਤਮਾ ਬਹਾਇਆ ਜਾਏ ਯਿਸੂ ਦੇ ਸਾਮਰਥੀ ਨਾਮ ਵਿੱਚ। ਪਛਤਾਤਾਪ ਦਾ ਆਤਮਾ ਬਹਾਇਆ ਜਾਏ ਯਿਸੂ ਦੇ ਸਾਮਰਥੀ ਨਾਮ ਵਿੱਚ। ਤੋਬਾ ਦਾ ਆਤਮਾ ਬਹਾਇਆ ਜਾਏ ਪ੍ਰਭੂ ਜੀ, ਹਾਲੇਲੂਇਆ। ਤੋਬਾ ਦਾ ਆਤਮਾ ਬਹਾਇਆ ਜਾਏ, ਪਛਤਾਤਾਪ ਦਾ ਆਤਮਾ ਬਹਾਇਆ ਜਾਏ, ਰਿਅਲਾਈਜ਼ ਕਰਨ ਦਾ ਆਤਮਾ ਬਹਾਇਆ ਜਾਏ ਪ੍ਰਭੂ ਜੀ। ਰਾਫਾ ਸ਼ਾਖਾਨਾ ਰਾਬਸ਼ਨੀ ਰੇ ਵਿਖੇਲੇ ਰੇ ਵੋਰੀ ਸਾਰਾ ਖਾਲਾ ਰਾਬਾ ਸ਼ਾਖਾਨਾ ਰਾਬੋ ਸਿੱਖੇ ਨੇ ਰੇ ਬਰੀਸਨ। ਪ੍ਰਭੂ ਤੂੰ ਪੱਥਰਾਂ ਨੂੰ ਤੋੜ ਦਿੰਦਾ ਪ੍ਰਭੂ, ਪਿਘਲਾ ਦੇ ਪ੍ਰਭੂ ਸਭ ਨੂੰ, ਹਾਲੇਲੂਇਆ। ਜਿਨ੍ਹਾਂ ਨੂੰ ਫੀਲਿੰਗ ਹੀ ਨਹੀਂ ਹੈਗੀ ਉਹ ਕੋਈ ਗਿਰ ਰਹੇ ਆ, ਜਿਨ੍ਹਾਂ ਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਗਿਰ ਰਹੇ ਆ, ਮਹਿਸੂਸ ਕਰਾ ਦੇ ਪ੍ਰਭੂ, ਫੀਲਿੰਗ ਕਰਾ ਦੇ ਪ੍ਰਭੂ। ਯਸ ਰੀਖਾਮਾਨਾ ਰਾਬਾਸ਼ਾਨਾ ਰਾਬੋਰੀ ਕੇ ਲਈ ਬਰੀ ਸ਼ਿਖਾਲਾ ਰਾ ਰਾਬਾ ਸਾਰਾ ਖਾਣਾ ਕਾਮਾਨਾ ਰਾਬੋਸ਼ਨੀ ਕੇ ਲਈ ਬਰੀ ਸਾਰੀ ਖਾਲਾ ਰਾ ਸਾਰਾ ਖਾਣਾ ਕਾਮਾਨਾ ਰਾਬਾਸ਼ਾਨਾ ਰਾਬੋਰੀ ਸੀ ਕੇ ਲਈ ਬਰੀ ਸ਼ੋਰਾ ਰਾ ਰਾਬਾ ਸਾਰਾ ਖਾਲਾ ਕਾਮਾਨਾ ਰਾਬਾ ਸਾਰਾ ਖਾਲਾ ਰਾਬੋਸ਼ਰੀ ਕੇ ਲਈ ਬਰੀ ਸਾਰੀ ਖਾਣਾ ਰਸਾਨਾ ਕਾਮਾਨਾ ਰਾਬੋਸ਼ਨੀ ਰੇ ਬਰੀ ਸਾਰੀ ਖਾਲਾ ਰਾਬੋਸ਼ ਖਾਲਾ ਰਾ ਰਾਬਾ ਸਾਵੋਰੀ ਸ਼ਖਮਾਨਾ ਰਾਬਸਨਾ। ਯਿਸੂ ਦੇ ਨਾਮ ਵਿੱਚ ਪ੍ਰਭੂ ਸਭ ਦਿਲਾਂ ਨੂੰ ਟੁੰਬੋ ਮੇਰੇ ਪਰਮੇਸ਼ਵਰ, ਤਾਂ ਕਿ ਸਭ 100% ਬਨਾਮਰ ਔਰ ਹਲੀਮ ਹੋ ਜਾਣ। ਖੁਦਾਵਨ ਜਿਹੜੇ ਗਿਰ ਰਹੇ ਆ ਉਹ ਉੱਠਣਾ ਸ਼ੁਰੂ ਹੋ ਜਾਣ ਯਿਸੂ ਦੇ ਸਾਮਰਥੀ ਨਾਮ ਵਿੱਚ। ਖੁਦਾਵਨ ਕਿਸੇ ਦਾ ਸ਼ਮਾਦਾਨ ਹਟਾਇਆ ਨਾ ਜਾਏ, ਬਲਕਿ ਯਿਸੂ ਦੇ ਸਾਮਰਥੀ ਨਾਮ ਵਿੱਚ 100% ਜਲਾਲ ਬਣਿਆ ਰਹੇ ਔਰ ਸਭ ਨੂੰ ਤੋਬਾ ਵਾਲਾ ਆਤਮਾ, ਤੋਬਾ ਵਾਲਾ ਮਨ ਦਿਓ ਪ੍ਰਭੂ। ਔਰ ਖੁਦਾਵਨ ਠੀਕ ਫੈਸਲਾ ਲੈਣ ਦੀ ਆਸ਼ੀਸ਼ ਦਿਓ, ਸਭ ਤੇਰੇ 'ਚ ਵੱਧਦੇ ਜਾਣ। ਜਲਾਲ ਦੇ ਬਾਦਸ਼ਾਹ ਸਭ ਨੂੰ ਜਲਾਲ ਨਾ ਭਰ ਦਿਓ, ਜ਼ਮੀਨ ਦੀ ਹਰ ਅਸੀਸ ਮਨ ਦੀ ਬਰਕਤ ਵੱਧਦੀ ਜਾਏ ਔਰ ਖੁਦਾਵਨ ਤੇਰਾ ਰੂਹੇ ਪਾਕ ਵੱਧਦਾ ਜਾਏ। ਤੇਰੇ ਬੱਚਿਆਂ 'ਚ ਪ੍ਰਭੂ ਆਉਣ ਵਾਲਾ ਸਾਰਾ ਸਮਾਂ ਮੁਬਾਰਕ ਹੋਵੇ, ਜ਼ਮੀਨ ਦੀ ਹਰ ਅਸੀਸ ਮਨ ਦੀ ਬਰਕਤ ਹੋਵੇ। ਪਾਕ ਗੁਰੂ ਦੇ ਵੱਡੇ ਵੱਡੇ ਕੰਮ ਪ੍ਰਗਟ ਹੋਣ 'ਤੇ ਪੂਰੇ ਹੋਣ, ਉਹ ਸਾਰਾ ਭਵਿੱਖ ਉਜਵਲ ਹੋਵੇ। ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ ਪ੍ਰਭੂ ਅੱਜ ਬਖਸ਼ ਦੇ। ਜਿਹੜੀਆਂ ਕਲੀਸਿਆ ਸਥਾਪਿਤ ਆ ਪ੍ਰਭੂ ਹੋਰ ਤਰੱਕੀ ਕਰਨ ਪ੍ਰਭੂ। ਪ੍ਰਭੂ ਕਦੀ ਵੀ ਇਹ ਕਲੀਸਿਆਵਾਂ ਦਾ ਨਾਮੋ ਨਿਸ਼ਾਨ ਨਾ ਮਿਟੇ ਪ੍ਰਭੂ। ਸਦਾ ਲਈ ਕਲੀਸਿਆਵਾਂ ਕਾਇਮ ਰਹਿਣ, ਸਦਾ ਲਈ ਪ੍ਰਭੂ ਕੰਮ ਕਾਇਮ ਰਵੇ ਔਰ ਸਦਾ ਲਈ ਅਸੀਸ ਬਣੀ ਰਵੇ। ਧੰਨਵਾਦ 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 ਪਿਤਾ, ਤੇਰਾ ਸ਼ੁਕਰੀਆ ਕਰਦੇ ਹਾਂ, ਤੁਸੀਂ ਸਾਡੀ ਦੁਆਵਾਂ ਨੂੰ ਮੰਨ ਲਿਆ, ਪੂਰੀਆਂ ਕੀਤਾ। ਤੇਰੀਆਂ ਸਾਰੀਆਂ ਮਿਹਰਬਾਨੀਆਂ ਲਈ ਧੰਨਵਾਦ 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 ਕਰਦੇ ਹਾਂ। ਇਹ ਸਾਰੀਆਂ ਦੁਆਵਾਂ ਬੇਨਤੀਆਂ ਪ੍ਰਭੂ ਯਿਸੂ ਨਾਸੀ ਦੇ ਪਵਿੱਤਰ ਨਾਮ 'ਚ ਅਧੀਨ ਹੋ ਕੇ ਮੰਗਦੇ ਹਾਂ। ਆਮੀਨ 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 ਆਮੀਨ। ਜੈ ਮਸੀਹ ਦੀ ਸਾਰਿਆਂ ਨੂੰ। ਖੁਦਾਵੰਦ ਦਾ ਜਲਾਲ ਸਦਾ ਸਭ ਦੇ ਨਾਲ ਬਣਿਆ ਰਹੇ। ਆਮੀਨ। ਜੈ ਮਸੀਹ।